ਆਪਣਾ ਜਿਹੜਾ ਟੌਪਿਕ ਹੈ ਬੇਟੇ ਉਹ ਹੈਗਾ ਕੰਪਲੈਕਸ ਨੰਬਰਸ। ਇਹਨੂੰ ਸਮਝਣ ਵਾਸਤੇ ਸਾਨੂੰ ਪਹਿਲਾਂ ਥੋੜਾ ਜਿਹਾ ਨੰਬਰ ਸਿਸਟਮ ਤੇ ਦੁਬਾਰਾ ਚੱਲਦੇ ਹਾਂ ਅਸੀਂ, ਜੋ ਅਸੀਂ ਪਹਿਲਾਂ ਕਰਕੇ ਆਏ ਨੰਬਰ ਸਿਸਟਮ ਬਾਰੇ ਗੱਲ, ਉਹ ਥੋੜੀ ਜਿਹੀ ਰਿਪੀਟ ਕਰ ਲਈਏ। ਅਸੀਂ ਸਭ ਤੋਂ ਛੋਟੇ ਨੰਬਰ ਜਾਣੇ ਸੀਗੇ, ਉਹਨਾਂ ਨੂੰ ਅਸੀਂ ਕੀ ਕਹਿੰਦੇ ਸੀ ਭਲਾ? ਨੈਚੁਰਲ ਨੰਬਰ। ਇਹਨਾਂ ਨੂੰ ਅਸੀਂ ਕਹਿੰਦੇ ਸੀ 1 2 3 4 ਐਂਡ ਸੋ ਔਨ। ਇਹਨਾਂ ਦੀ ਵੀ ਸਾਨੂੰ ਗਿਣਤੀ ਨਹੀਂ ਪਤਾ, ਇਹਨਾਂ ਨੂੰ ਅਸੀਂ ਨੈਚੁਰਲ ਨੰਬਰ ਕਹਿੰਦੇ ਹਾਂ। ਇਹਦੇ ਵਿੱਚ ਜੇ ਕਿ ਅਸੀਂ 0 ਹੋਰ ਐਡ ਕਰ ਦਿੰਦੇ ਹਾਂ 1 2 3 4 'ਚ, ਤਾਂ ਇਹ ਸਾਰੇ ਰਲ ਕੇ ਬਣ ਜਾਂਦੇ ਨੈਚੁਰਲ ਨੰਬਰਸ, ਤੇ 0 ਰਲ ਕੇ ਬਣ ਜਾਂਦੇ ਆ ਹੋਲ ਨੰਬਰ। ਤੇ ਜੇ ਅਸੀਂ ਇਹਦੇ 'ਚ ਨੈਗੇਟਿਵ ਨੰਬਰਸ ਹੋਰ ਐਡ ਕਰ ਦਈਏ -1 -2 -3 ਐਂਡ ਸੋ ਔਨ, ਠੀਕ ਹੈ ਜੀ। ਤੇ ਇਹ ਸਾਰੇ ਤੇ ਨੈਚੁਰਲ ਨੰਬਰ ਤੇ ਹੋਲ ਨੰਬਰ ਤੇ ਸਾਰੇ ਰਲ ਕੇ ਬਣ ਜਾਂਦੇ ਸੀ ਇੰਟੀਜਰਸ। ਇਹਨਾਂ ਨੂੰ ਅਸੀਂ ਜ਼ੈਡ ਕਹਿੰਦੇ ਸੀ, ਜਾਂ ਅਸੀਂ ਆਈ ਵੀ ਕਹਿੰਦੇ ਹਾਂ, ਠੀਕ ਹੈ। ਇਸ ਤੋਂ ਬਾਅਦ ਅਸੀਂ ਸੋਚੀਏ ਵੀ ਸਾਨੂੰ ਲੱਗਿਆ ਵੀ ਸ਼ਾਇਦ ਹੁਣ ਹੋਰ ਕੋਈ ਨੰਬਰ ਨਹੀਂ ਆਉਣਗੇ, ਪਰ ਹਜੇ ਵੀ ਕੁਝ ਨੰਬਰ ਬਚਦੇ ਸੀਗੇ ਜਿਨ੍ਹਾਂ ਨੂੰ ਅਸੀਂ P/Q ਦੀ ਫਾਰਮ 'ਚ ਲਿਖ ਸਕਦੇ ਸੀਗੇ ਇਹਨਾਂ ਤੋਂ ਬਿਨਾਂ, ਜਿਵੇਂ 3/4 2/5 6/7 -1/2, ਇੱਦਾਂ ਦੇ ਨੰਬਰ। ਉਹ ਸਾਰੇ ਨੰਬਰ ਤੇ ਉਹਨਾਂ ਨੂੰ ਅਸੀਂ ਕਹਿੰਦੇ ਸੀਗੇ ਰੈਸ਼ਨਲ ਨੰਬਰ। ਰੈਸ਼ਨਲ ਨੰਬਰ ਆ ਸਾਰੇ ਤੇ ਆ P/Q ਵਾਲੇ ਰਲ ਕੇ ਇਹ ਸਾਰੇ ਬਣ ਜਾਂਦੇ ਸੀ ਰੈਸ਼ਨਲ ਨੰਬਰ, ਜਿਨ੍ਹਾਂ ਨੂੰ ਅਸੀਂ ਕਿਉ ਕਹਿੰਦੇ ਸੀ। ਫਿਰ ਸਾਨੂੰ ਲੱਗਾ ਵੀ ਸ਼ਾਇਦ ਹੁਣ ਅਸੀਂ ਸਾਰੇ ਨੰਬਰਸ ਬਾਰੇ ਜਾਣਕਾਰੀ ਲੈ ਲਈ, ਪਰ ਨਹੀਂ, ਹਜੇ ਵੀ ਕੁਝ ਨੰਬਰ ਬਚ ਗਏ। ਉਹ ਸੀਗੇ ਜਿਵੇਂ √2 ਸੀਗਾ, √3 ਸੀਗਾ, √5 ਸੀਗਾ। ਇਹਨਾਂ ਨੂੰ ਅਸੀਂ ਕਹਿੰਦੇ ਸੀ ਇਰਰੈਸ਼ਨਲ ਨੰਬਰਸ, ਇਹਨਾਂ ਨੂੰ ਸ਼ਾਇਦ ਸੈਟ ਟੀ ਕਹਿੰਦੇ ਨੇ, ਠੀਕ ਹੈ ਨਾ। ਤਾਂ ਆ ਰੈਸ਼ਨਲ ਨੰਬਰਸ ਤੇ ਆ ਇਰਰੈਸ਼ਨਲ ਨੰਬਰ, ਇਹਨਾਂ ਨੂੰ ਸਾਰਿਆਂ ਨੂੰ ਰਲਾ ਕੇ ਅਸੀਂ ਇੱਕ ਸਮਝਿਆ ਤੇ ਉਹ ਸੀਗੇ ਸਾਡੇ ਰੀਅਲ ਨੰਬਰ। ਜਿੰਨੇ ਵੀ ਨੰਬਰ ਹੁਣ ਤੱਕ ਅਸੀਂ ਜਾਣੇ ਉਹ ਸਾਰੇ ਇਹਦੇ ਵਿੱਚ ਆ ਗਏ, ਠੀਕ ਹੈ ਕਿ ਨਹੀਂ। ਫਿਰ ਕੁਝ ਨੰਬਰ ਹਜੇ, ਫਿਰ ਅਸੀਂ ਸੋਚਿਆ ਵੀ ਹੁਣ ਪਤਾ ਨਹੀਂ ਸ਼ਾਇਦ ਮੁੱਕ ਗਏ ਹੋਣਗੇ ਨੰਬਰ, ਇਸ ਤੋਂ ਬਾਅਦ ਹੋਰ ਕੋਈ ਨੰਬਰ ਨਹੀਂ। ਫਿਰ ਜਦੋਂ ਸਾਡੇ ਕੋਲੇ ਆ ਇਕੁਏਸ਼ਨ ਸੋਲਵ ਕਰਨ ਦਾ ਮੌਕਾ ਆਇਆ, x² + x + 1 = 0, ਕੁਆਡਰੇਟਿਕ ਇਕੁਏਸ਼ਨ ਸੋਲਵ ਕੀਤੀ ਅਸੀਂ, ਠੀਕ ਹੈ। ਤਾਂ ਕੁਆਡਰੇਟਿਕ ਇਕੁਏਸ਼ਨਸ ਨੂੰ ਜਦੋਂ ਸੋਲਵ ਕਰਦੇ ਸੀ ਤੇ ਅਸੀਂ ਜਦੋਂ d ਦੀ ਵੈਲਿਊ ਫਾਈਂਡ ਕਰੀ, ਇਹਦੀ d ਦੀ ਵੈਲਿਊ ਆਈ 1 - 1 ਦਾ ਸਕੁਆਇਰ -4 × 1 × 1 1 × 1, ਤੇ ਇਹ ਆ ਗਿਆ 1 - 4 ਯਾਨੀ -3। ਤੇ ਜਦੋਂ ਅਸੀਂ ਇਹਦੇ ਰੂਟ ਫਾਈਂਡ ਕਰਨ ਦੀ ਕੋਸ਼ਿਸ਼ ਕੀਤੀ, ਉੱਥੇ ਅਸੀਂ √d ਜਦੋਂ ਲਿਖਿਆ -b ± √d/2a, ਇੱਥੇ ਜਦੋਂ d ਦੀ ਵੈਲਿਊ ਨੈਗੇਟਿਵ ਭਰੀ ਤਾਂ ਇਹ ਆ ਗਿਆ -√3। ਤੇ -√3 ਦਾ ਅਸੀਂ ਡਿਸਕਸ ਕੀਤਾ ਹੀ ਨਹੀਂ ਕਿਤੇ ਉੱਪਰ, ਤਾਂ ਨੈਗੇਟਿਵ ਨੰਬਰ ਦਾ ਸਕੁਆਇਰ ਰੂਟ ਅਸੀਂ ਡਿਸਕਸ ਨਹੀਂ ਸੀ ਕੀਤਾ। ਫਿਰ ਅਸੀਂ ਕਹਿਤਾ ਵੀ ਇਹਨਾਂ ਦੇ ਜੀ ਜਿਹੜੇ ਰੂਟ ਨੇ ਉਹ ਕਾਲਪਨਿਕ ਨੇ ਜਾਂ ਇਮੈਜਨਰੀ ਨੇ, ਅਸੀਂ ਛੱਡਤਾ ਸੀ ਐਂ ਕਹਿ ਕੇ 10ਵੀਂ 'ਚ ਆ ਕੇ, ਠੀਕ ਹੈ ਕਿ ਨਹੀਂ। ਤਾਂ ਇਹ ਕਹਿ ਕੇ ਅਸੀਂ ਛੱਡਤਾ, ਪਰ ਹੁਣ ਅਸੀਂ ਛੱਡ ਨਹੀਂ ਸਕਦੇ ਇਹਨੂੰ। ਹੁਣ ਮੈਂ ਤੁਹਾਨੂੰ ਇਹਦੇ ਬਾਰੇ ਦੱਸਤਾ ਵੀ ਇਹਨੂੰ ਅਸੀਂ √3 ਆਇਓਟਾ ਕਹਿੰਦੇ ਹਾਂ। ਇਹ ਸਾਡਾ ਹੁੰਦਾ ਇਮੈਜਨਰੀ ਨੰਬਰ। ਕੀ ਹੁੰਦਾ ਇਹ? ਇਮੈਜਨਰੀ ਨੰਬਰ। ਇਮੈਜਨਰੀ ਨੰਬਰ ਇਹ ਹੋਰ ਇੱਥੇ ਆ ਗਈ ਰੀਅਲ ਨੰਬਰਸ ਤੋਂ ਬਾਅਦ ਇੱਧਰਲੇ ਪਾਸੇ ਆ ਗਏ ਸਾਡੇ ਕੋਲੇ ਹੋਰ ਮਾਈਨਸ ਵਾਲੇ ਸਕੁਆਇਰ ਰੂਟ, -2 ਦਾ ਸਕੁਆਇਰ ਰੂਟ, -3 ਦਾ ਸਕੁਆਇਰ ਰੂਟ, -5/2 ਦਾ ਸਕੁਆਇਰ ਰੂਟ, ਇੱਦਾਂ ਇਹ ਸਾਰੇ ਨੰਬਰ ਆ ਗਏ। ਇਹ ਸੀਗੇ ਇਮੈਜਨਰੀ ਨੰਬਰ। ਇਮੈਜਨਰੀ ਨੰਬਰ, ਠੀਕ ਹੈ। ਫਿਰ ਸਾਡੇ ਕੋਲ ਇੱਕ ਹੋਰ ਨੰਬਰ ਸਾਨੂੰ ਡਿਫਾਈਨ ਕਰਨਾ ਪਿਆ, ਉਹਦੇ ਵਿੱਚ ਆ ਸਾਰੇ ਹੀ ਆ ਗਏ, ਰੀਅਲ ਨੰਬਰਸ ਵੀ ਆ ਗਏ, ਇਮੈਜਨਰੀ ਨੰਬਰਸ ਵੀ ਆ ਗਏ। ਉਹਨਾਂ ਨੂੰ ਅਸੀਂ ਕਹਿੰਦੇ ਆ ਕੰਪਲੈਕਸ। ਉਹਦੇ 'ਚ ਸਾਰੇ ਰੀਅਲ ਤੇ ਸਾਰੇ ਇਮੈਜਨਰੀ। ਤਾਂ ਕੰਪਲੈਕਸ ਨੰਬਰਸ ਦੇ ਵਿੱਚ ਸਾਰੇ ਰੀਅਲ ਤੇ ਸਾਰੇ ਇਮੈਜਨਰੀ ਨੰਬਰ ਆ ਗਏ। ਤਾਂ ਇਹਦੇ ਅਸੀਂ ਇਸ ਤਰੀਕੇ ਨਾਲ ਲਿਖਦੇ ਹਾਂ। ਲਿਖਣ ਵਾਸਤੇ ਕੰਪਲੈਕਸ ਨੰਬਰ ਲਿਖਣ ਦਾ ਕੀ ਤਰੀਕਾ ਹੈ? a + iota b, ਇਹ ਇਹਦੀ ਲਿਖਣ ਦਾ ਢੰਗ ਹੋਏਗਾ ਹਮੇਸ਼ਾ। ਇਹਦੇ 'ਚ a ਤੇ b ਨੇ ਜਿਹੜੇ,
ਇਹ ਰੀਅਲ ਨੰਬਰ ਹੁੰਦੇ ਦੋਨੇ ਦੋਨੇ ਕੀ ਹੁੰਦੇ ਨੇ a ਤੇ b a ਐਂਡ b ਦੋਨੇ ਹੀ ਰੀਅਲ ਨੰਬਰ ਹੁੰਦੇ ਨੇ ਪਰ ਜੇ ਇਹਦੇ ਨਾਲ ਜਿਹਦੇ ਨਾਲ ਆਇਟਾ ਲੱਗ ਗਿਆ ਫਿਰ ਇਹ ਇਮੇਜਿਨਰੀ ਪਾਰਟ ਬਣ ਜਾਂਦਾ ਹੈ ਤਾਂ a ਇਹਦਾ ਹੈਗਾ ਰੀਅਲ ਪਾਰਟ ਤੇ ਆਇਓਟਾ b ਇਹਦਾ ਹੈਗਾ ਇਮੇਜਿਨਰੀ ਪਾਰਟ ਠੀਕ ਹੈ ਨਾ ਉਹਦੇ 'ਚ ਜੇ ਤੁਹਾਨੂੰ ਪੁੱਛਿਆ ਜਾਵੇ ਇਮੇਜਿਨਰੀ ਪਾਰਟ ਤਾਂ ਆਇਓਟਾ ਨੂੰ ਨਹੀਂ ਅਸੀਂ ਵਿੱਚ ਲਿਖਣਾ ਆਇਓਟਾ ਨੂੰ ਅਸੀਂ ਛੱਡ ਦੇਣਾ ਤਾਂ ਜੇ ਕੋਈ ਪੁੱਛੇ ਵੀ ਇਹਦਾ ਇਮੇਜਿਨਰੀ ਪਾਰਟ ਕੀ ਹੈ ਤਾਂ b ਇਹਦਾ ਇਮੇਜਿਨਰੀ ਪਾਰਟ ਠੀਕ ਹੈ ਨਾ ਇਹਨੂੰ ਲਿਖਣ ਵਾਸਤੇ ਜੇ ਮੰਨ ਲਓ ਇਸ ਨੰਬਰ ਨੂੰ ਅਸੀਂ z ਕਹੀਏ z equals to a plus iota b ਆ ਇੱਕ ਕੰਪਲੈਕਸ ਨੰਬਰ ਹੈ z ਜਿਹਨੂੰ ਅਸੀਂ ਇਸ ਫਾਰਮ ਦੇ ਵਿੱਚ ਲਿਖਿਆ ਹੋਇਆ ਤੇ ਇਹਦਾ ਰੀਅਲ ਪਾਰਟ ਦਿਖਾਉਣ ਵਾਸਤੇ ਇਹਨੂੰ ਅਸੀਂ ਇਸ ਤਰ੍ਹਾਂ ਲਿਖਦੇ ਹਾਂ REZ ਯਾਨੀ ਰੀਅਲ ਪਾਰਟ ਆਫ z equals to a ਹੁੰਦਾ ਤੇ ਇਮੇਜਿਨਰੀ ਪਾਰਟ ਆਫ z ਇਹਨੂੰ ਅਸੀਂ ਲਿਖਾਂਗੇ IMZ ਇਹਦੀ ਵੈਲਿਊ ਹੋਏਗੀ b ਆਇਓਟਾ b ਨਹੀਂ ਹੋਏਗੀ ਖਿਆਲ ਰੱਖਣਾ ਆਇਓਟਾ ਸਿਰਫ ਇਹ ਦੱਸਣ ਵਾਸਤੇ ਵੀ ਇਹਦਾ ਇਮੇਜਿਨਰੀ ਪਾਰਟ ਇਹੀ ਹੈ ਇਹਦਾ b ਠੀਕ ਹੈ ਕਿ ਪਾਰਟ ਦੀ ਗੱਲ ਇਹੀ ਹੈ ਕਿ ਜੇ ਤੁਹਾਨੂੰ ਕਿਹਾ ਜਾਵੇਗਾ ਤਾਂ ਇਹਦਾ ਇਮੇਜਿਨਰੀ ਪਾਰਟ ਦੱਸੋ ਤਾਂ ਅਸੀਂ ਇਕੱਲੀ b ਲਿਖਾਂਗੇ ਆਇਓਟਾ b ਨਹੀਂ ਲਿਖਾਂਗੇ ਆਇਓਟਾ ਤਾਂ ਇਹ ਦੱਸਦਾ ਵੀ ਇਮੇਜਿਨਰੀ ਪਾਰਟ ਹੈ ਬਸ ਠੀਕ ਹੈ ਜਿਵੇਂ ਆ ਇੱਥੇ ਐਗਜ਼ਾਮਪਲ ਲਿਖੀ ਹੋਈ ਹੈ ਦੇਖੋ z equals to 2 plus iota 5 then real part of z equals to 2 and imaginary part of z equals to 5 iota 5 ਨਹੀਂ ਲਿਖਿਆ ਹੋਇਆ ਇਹ ਮਿਸਟੇਕ ਹੁੰਦੀ ਹੈ ਬੇਟੇ ਮੈਂ ਤੁਹਾਨੂੰ ਵਾਰੀ-ਵਾਰੀ ਇਸ ਤੋਂ ਤਾਂ ਹੀ ਰਿਪੀਟ ਕਰ ਰਿਹਾ ਇਹ ਮਿਸਟੇਕ ਹੁੰਦੀ ਹੈ ਜਦੋਂ ਤੁਹਾਨੂੰ ਕੁਐਸਚਨ ਚ ਆ ਜਾਂਦਾ ਨਾ what is the imaginary part ਕੁਐਸਚਨ ਇੱਕ ਨੰਬਰ ਦਾ ਆਉਂਦਾ ਹੁੰਦਾ what is the imaginary part of 2 plus iota 5 ਉੱਥੇ ਥੱਲੇ ਆਪਸ਼ਨ ਦਿੱਤੇ ਹੁੰਦੇ ਆ 2 5 iota 5 ਜਾਂ -5 ਇਦਾਂ ਕਰਕੇ ਲਿਖਦੇ ਤਾਂ ਅਸੀਂ ਆਇਓਟਾ 5 ਲਿਖ ਕੇ ਆ ਜਾਂਦੇ ਉੱਥੇ ਇਹ ਸਾਡੀ ਗਲਤੀ ਹੁੰਦੀ ਹੈ ਜਦ ਕਿ 5 ਹੋਣਾ ਚਾਹੀਦਾ ਠੀਕ ਹੈ ਜੀ ਹੁਣ ਜੇ ਦੋ ਨੰਬਰਸ ਬਰਾਬਰ ਹੋਣ ਜੇ ਤੁਹਾਨੂੰ ਕਹੀਏ ਵੀ ਆ ਦੋ ਨੰਬਰਸ ਨੇ ਇੱਕ ਹੈਗਾ z1 equals to a plus iota b ਇੱਕ ਦੂਸਰਾ ਨੰਬਰ ਹੈ z2 ਜਿਹਦੀ ਵੈਲਿਊ ਹੈ c plus iota d ਤੇ ਤੁਹਾਨੂੰ ਕੋਈ ਕਹੇ ਵੀ ਇਹ z1 ਤੇ z2 ਬਰਾਬਰ ਨੇ ਇਹ ਬਰਾਬਰ ਕਦੋਂ ਹੋ ਸਕਦੇ ਆ ਜੇ ਦੋਹਾਂ ਦੇ ਰੀਅਲ ਪਾਰਟ ਆਪਸ 'ਚ ਬਰਾਬਰ ਹੋਣ ਯਾਨੀ a ਤੇ c ਬਰਾਬਰ ਹੋਣਾ ਚਾਹੀਦਾ ਤੇ ਇਮੇਜਿਨਰੀ ਪਾਰਟ ਆਪਸ 'ਚ ਬਰਾਬਰ ਹੋਣੇ ਚਾਹੀਦੇ b ਤੇ d ਆਪਸ 'ਚ ਜੇ ਇਸ ਤਰ੍ਹਾਂ ਹੋਇਆ ਤਾਂ ਇਹ ਦੋਨੇ ਜਿਹੜੇ ਰੀਅਲ ਨੰਬਰ ਹੈ ਜੋ ਦੋਨੇ ਕੰਪਲੈਕਸ ਨੰਬਰ ਹੈ ਜਿਹੜੇ ਬਰਾਬਰ ਹੋਣਗੇ ਨਹੀਂ ਤਾਂ ਇਹ ਕੰਪਲੈਕਸ ਨੰਬਰ ਆਪਸ 'ਚ ਬਰਾਬਰ ਨਹੀਂ ਹੋਣਗੇ ਹੁਣ a plus iota b ਇਸ ਤਰੀਕੇ ਦਾ ਹੁੰਦਾ ਇਹਨੂੰ ਆ ਤੁਹਾਨੂੰ ਐਗਜ਼ਾਮਪਲਸ ਦਿੱਤੇ ਹੋਏ ਆ 2 plus iota 3 -1 plus iota root 3 4 plus iota into -1 by 11 ਇਹ ਸਾਰੇ ਕੰਪਲੈਕਸ ਨੰਬਰਸ ਦੇ ਜਿਹੜੇ ਹੈਗੇ ਐਗਜ਼ਾਮਪਲਸ ਨੇ ਠੀਕ ਹੈ ਅੱਗੇ ਚਲੀਏ ਇਹਦੇ ਨਾਲ ਰਿਲੇਟਡ ਇੱਕ ਐਗਜ਼ਾਮਪਲ ਆ ਗਿਆ ਇਫ 4x plus iota into this equals to 3 plus iota into this ਦੋਨੇ ਆਪਸ 'ਚ ਬਰਾਬਰ ਨੇ ਇਹ where x y are real numbers then find the value of x y ਤੁਹਾਨੂੰ ਕੀ ਕਹਿਤਾ ਉਹਨੇ 4x plus iota into 3x minus y is equal to 3 plus iota into -6 ਹੁਣ ਜਦੋਂ ਇਹ ਦੋ ਨੰਬਰ ਬਰਾਬਰ ਨੇ ਇਹਦਾ ਮਤਲਬ ਇਹਦਾ ਰੀਅਲ ਪਾਰਟ ਇਹਦੇ ਰੀਅਲ ਪਾਰਟ ਦੇ ਬਰਾਬਰ ਹੋਣਾ ਚਾਹੀਦਾ ਕਿਉਂਕਿ ਨੰਬਰਸ ਬਰਾਬਰ ਨੇ ਇਹਦਾ ਮਤਲਬ ਜਿਹੜਾ 4x ਆ ਉਹ 3 ਦੇ ਬਰਾਬਰ ਹੋਣਾ ਚਾਹੀਦਾ ਤੇ ਇਹਦਾ ਜਿਹੜਾ ਇਮੇਜਿਨਰੀ ਪਾਰਟ ਦਾ ਕਿੱਥੋਂ ਪਤਾ ਚੱਲੇਗਾ ਆਇਓਟਾ ਦੇ ਨਾਲ ਜੋ ਕੁਝ ਲਿਖਿਆ ਹੋਇਆ ਉਹ ਇਮੇਜਿਨਰੀ ਪਾਰਟ ਹੈ ਇਹਦਾ ਮਤਲਬ 3x y ਹੈ ਜਿਹੜਾ ਉਹ ਇਹਦੇ ਇਮੇਜਿਨਰੀ ਪਾਰਟ ਦੇ ਬਰਾਬਰ ਹੋਣਾ ਚਾਹੀਦਾ ਯਾਨੀ -6 ਦੇ ਬਰਾਬਰ ਹੋਣਾ ਚਾਹੀਦਾ ਇਹਨਾਂ ਨੂੰ ਅਸੀਂ ਕਰ ਲੈਣਾ ਸੋਲਵ x ਦੀ ਵੈਲਿਊ ਨਿਕਲੇਗੀ 3/4 ਇਹ 3/4 ਵੈਲਿਊ ਇਹਦੇ 'ਚ ਭਰ ਦੇਣੀ ਹੈ 3 into 3/4 ਆ 3 ਦੀ ਵੈਲਿਊ ਆ ਗਈ ਇਹਨਾਂ ਨੂੰ ਅਸੀਂ ਲਿਖ ਲੈਣੇ 1 ਲਿਖ ਲੈਂਦੇ ਹਾਂ ਇਹਨੂੰ 2 ਲਿਖ ਲੈਂਦੇ ਸੋਲਵ ਕਰਨੇ ਸੀ ਇਹਨਾਂ ਦੋਵਾਂ ਇਕੁਏਸ਼ਨ ਤਾਂ ਇੱਥੇ ਲਿਖੋ ਫਰੋਮ 1 ਜਾਂ 1 ਇੰਪਲਾਈਜ਼ ਆ ਚੀਜ਼ ਆ ਗਈ ਵੈਲਿਊ ਹੁਣ ਅਸੀਂ ਕੀ ਕਰਾਂਗੇ x ਦੀ ਵੈਲਿਊ 2 'ਚ ਪੁੱਟ ਕਰ ਦਾਂਗੇ ਔਨ ਪੁਟਿੰਗ ਮੈਂ ਤੁਹਾਨੂੰ ਇਸ ਕਰਕੇ ਲਿਖ ਕੇ ਦਿੰਦਾ ਵੀ ਤੁਸੀਂ ਫਿਰ ਨਾ ਕਾਪੀ ਤੇ ਉਵੇਂ ਜਿਵੇਂ ਉਤਾਰ ਦਿੰਦੇ ਹੋ ਔਨ ਪੁਟਿੰਗ x ਵੈਲਿਊ ਆਫ x in 2 ਦੇ ਵਿੱਚ ਪੁੱਟ ਕਰ ਤੇ ਹੋ ਜਾਏਗਾ 3 into 3/4 minus y equals to -6
ਤਾਂ ਇਹ ਹੋ ਗਿਆ 9/4, 3 ਨਾਲ 3 ਮਲਟੀਪਲਾਈ ਬਾਈ 4 ਹੋ ਗਿਆ, ਮਾਈਨਸ ਵਾਈ ਇਕੁਅਲਸ ਟੂ -6 ਤੇ ਮਾਈਨਸ ਵਾਈ ਇਕੁਅਲਸ ਟੂ ਕੀ ਹੋ ਜਾਏਗਾ -6 ਆ 3 9/4 ਉੱਧਰ ਜਾ ਕੇ ਮਾਈਨਸ ਦਾ ਹੋ ਜਾਏਗਾ, ਤਾਂ ਮਾਈਨਸ ਵਾਈ ਇੱਥੇ ਐਲਸੀਐਮ ਲੈ ਲਓ 4, ਇਹ ਹੋ ਜਾਊਗਾ -6 ਚੌਕ 24 -9, ਤਾਂ ਮਾਈਨਸ ਵਾਈ ਇਕੁਅਲਸ ਟੂ ਆ ਜਾਊਗਾ -33/4, ਮਾਈਨਸ ਮਾਈਨਸ ਕੈਂਸਲ ਹੋ ਗਿਆ, ਵਾਈ ਇਕੁਅਲਸ ਟੂ 33/4। ਸੋ ਇਸ ਤਰੀਕੇ ਨਾਲ ਇਹ ਕੁਐਸਚਨ ਸੀਗੇ। ਜੇ ਤੁਹਾਨੂੰ ਇਦਾਂ ਦਾ ਕੁਐਸਚਨ ਆ ਜਾਵੇ ਵੀ ਦੋ ਕੰਪਲੈਕਸ ਨੰਬਰ ਬਰਾਬਰ ਨੇ, ਉਹ 'ਚੋਂ ਕੁਛ ਵੈਲਿਊਜ਼ ਪੁੱਛੀਆਂ, ਤਾਂ ਇਸ ਤਰੀਕੇ ਨਾਲ ਸੋਲਵ ਕਰਨਾ। ਅੱਗੇ ਆ ਗਿਆ ਅਲਜੈਬਰਾ ਆਫ ਕੰਪਲੈਕਸ ਨੰਬਰਸ, ਕੁਛ ਐਡੀਸ਼ਨ ਨਾਲ ਸੰਬੰਧਿਤ ਕੁਛ ਪ੍ਰੋਪਰਟੀਜ਼ ਨੇ, ਉਹ ਅਸੀਂ ਧਿਆਨ ਨਾਲ ਦੇਖ ਲਈਏ। ਇਹਦੇ ਚੋਂ ਜਿਹੜੀਆਂ ਜ਼ਰੂਰੀ ਮੈਂ ਤੁਹਾਨੂੰ ਦੱਸ ਦਿੰਦਾ। ਇੱਕ ਹੈਗਾ ਕਮਿਊਟੇਟਿਵ ਲਾਅ, ਅਸੀਂ ਇਹਨੂੰ ਕਹਿੰਦੇ ਹਾਂ। ਕਮਿਊਟੇਟਿਵ ਲਾਅ ਦਾ ਮਤਲਬ ਹੁੰਦਾ ਵੀ ਜੇ Z1 ਦੇ ਵਿੱਚ Z2 ਜੋੜਿਆ ਜਾਵੇ ਜਾਂ Z2 ਦੇ ਵਿੱਚ Z1 ਜੋੜਿਆ ਜਾਵੇ, ਦੋ ਕੰਪਲੈਕਸ ਨੰਬਰ ਤੁਹਾਨੂੰ ਦਿੱਤੇ ਆ, ਇਹ ਆਪਸ 'ਚ ਚਾਹੇ ਪਹਿਲੇ 'ਚ ਦੂਜਾ ਜੋੜ ਦਈਏ ਚਾਹੇ ਦੂਜੇ 'ਚ ਪਹਿਲਾ ਜੋੜ ਦਈਏ, ਉਹਨੂੰ ਦੋਹਾਂ ਦਾ ਜਿਹੜਾ ਆਨਸਰ ਹੈ ਸੇਮ ਆਏਗਾ। ਇਹਨੂੰ ਅਸੀਂ ਕਮਿਊਟੇਟਿਵ ਲਾਅ ਕਹਿੰਦੇ ਹਾਂ। ਵਾਰੀ ਇਹਦਾ ਨਾਂ ਆਇਆ ਕਰੇਗਾ ਤੁਹਾਨੂੰ, ਇਹ ਜਿੰਨੀ ਜਲਦੀ ਯਾਦ ਰੱਖ ਲਈਏ ਚੰਗਾ ਹੈ। ਕਮਿਊਟੇਟਿਵ ਹੁੰਦਾ ਜੇ ਉਲਟਾ ਦੀਏ ਕ੍ਰਮ, ਮਤਲਬ ਸੀਰੀਅਲ ਉਲਟਾ ਲਈਏ, ਪਹਿਲਾ ਨੂੰ ਦੂਜਾ ਕਰ ਦਈਏ, ਦੂਜੇ ਨੂੰ ਪਹਿਲਾ ਕਰ ਦਈਏ, ਤੇ ਉਹਦੇ ਤੇ ਵਿਚਾਲੇ ਕੋਈ ਆਪਰੇਸ਼ਨ ਹੈ, ਜੇ ਜੋੜ ਹੈ ਜਾਂ ਗੁਣਾ ਹੈ ਜਾਂ ਭਾਗ ਹੈ, ਇੱਥੇ ਵਿਚਾਲੇ ਪਾਇਆ ਹੋਏਗਾ, ਤਾਂ ਇਹ ਉਲਟਾਉਣ ਨਾਲ ਕੀ ਹੁੰਦਾ, ਵੈਲਿਊ ਸੇਮ ਰਹਿ ਜੇ, ਤੁਹਾਨੂੰ ਅਸੀਂ ਕਹਿੰਦੇ ਕਮਿਊਟੇਟਿਵ ਲਾਅ ਜਿਹੜਾ ਹੈ ਇਹਦੇ ਵਿੱਚ ਲੱਗਦਾ ਹੈਗਾ। ਇਸੇ ਤਰ੍ਹਾਂ ਐਸੋਸੀਏਟਿਵ ਲਾਅ ਹੁੰਦਾ ਇੱਕ, ਉਹ ਕੀ ਹੁੰਦਾ ਵੀ Z1 ਤੇ Z2 ਨੂੰ ਜੋੜ ਕੇ ਬਾਅਦ 'ਚ Z3 ਜੋੜੀਏ, ਜਾਂ Z2 ਤੇ Z3 ਜੋੜ ਕੇ ਉਹਦੇ 'ਚ Z1 ਜੋੜੀਏ, ਤਾਂ ਵੀ ਵੈਲਿਊ ਜਿਹੜੀ ਸੇਮ ਰਹਿੰਦੀ ਹੈ। ਇਹਨੂੰ ਐਸੋਸੀਏਟਿਵ ਲਾਅ ਕਹਿੰਦੇ ਹਾਂ, ਠੀਕ ਹੈ ਨਾ। ਇਸੇ ਤਰ੍ਹਾਂ ਆਈਡੈਂਟੀਟੀ ਐਲੀਮੈਂਟ ਅਸੀਂ ਇਹਨੂੰ ਕਹਿੰਦੇ ਇਕਾਈ ਕਹਿੰਦੇ ਆ, ਜੁੜਾਤਮਕ ਇਕਾਈ, ਐਡਿਟਿਵ ਆਈਡੈਂਟੀਟੀ ਜਿਵੇਂ ਤੁਸੀਂ ਦੇਖੋ ਅਸੀਂ ਨੰਬਰਸ ਦੇ ਵਿੱਚ ਵੀ ਕੀਤੀ ਹੋਈ ਹੈ। 2 ਦੇ ਵਿੱਚ 0 ਜੋੜੀਏ ਜਾਂ 0 ਦੇ ਵਿੱਚ 2 ਜੋੜੀਏ, ਆਨਸਰ ਕੀ ਆਏਗਾ 2। ਇਸੇ ਤਰ੍ਹਾਂ 3 ਦੇ ਵਿੱਚ 0 ਜੋੜੀਏ ਜਾਂ 0 ਦੇ ਵਿੱਚ 3 ਜੋੜੀਏ, ਕੀ ਆਏਗਾ 3। ਯਾਨੀ ਜਿਹੜਾ ਉਹ ਨੰਬਰ ਹੈਗਾ ਜਿਹਨੂੰ ਕਿਸੇ ਨੰਬਰ ਨਾਲ ਜੋੜਨ ਨਾਲ ਅੱਗੇ ਜੋੜਦੀ ਹੈ ਜਾਂ ਪਿੱਛੇ ਜੋੜਦੀ ਹੈ, ਕੋਈ ਫਰਕ ਨਹੀਂ ਪੈਂਦਾ, ਉਹੀ ਆਨਸਰ ਆਉਂਦਾ। ਤੇ ਇਹਨੂੰ ਅਸੀਂ ਕਹਿੰਦੇ ਹਾਂ ਜੁੜਾਤਮਕ ਜਾਂ ਐਡਿਟਿਵ ਆਈਡੈਂਟੀਟੀ। ਇਹ ਤਾਂ ਹੈਗੀ ਸਿੱਧੇ ਨੈਚੁਰਲ ਨੰਬਰਸ ਵਾਸਤੇ ਐਡਿਟਿਵ ਆਈਡੈਂਟੀਟੀ। ਹੁਣ ਕੰਪਲੈਕਸ ਨੰਬਰਸ ਵਾਸਤੇ ਐਡਿਟਿਵ ਆਈਡੈਂਟੀਟੀ ਕੀ ਹੋਏਗੀ, 0 + i 0। ਇਹ ਕੀ ਹੋਏਗੀ, ਇਹ ਕੰਪਲੈਕਸ ਨੰਬਰਸ ਦੀ ਆਈਡੈਂਟੀਟੀ ਐਲੀਮੈਂਟ ਹੈ, ਠੀਕ ਹੈ ਨਾ। ਇਸੇ ਤਰ੍ਹਾਂ ਇਨਵਰਸ, ਜਿਹਨੂੰ ਅਸੀਂ ਜੁੜਾਤਮਕ ਉਲਟ ਕ੍ਰਮ ਕਹਿੰਦੇ ਸੀ, ਉਹ ਕੀ ਹੁੰਦਾ ਸੀਗਾ ਵੀ ਜਿਵੇਂ 2 ਚੋਂ ਅਸੀਂ ਜੋੜ ਦਈਏ -2, ਤਾਂ ਆਨਸਰ ਆਉਂਦਾ 0, ਜਾਂ ਅਸੀਂ -2 ਦੇ ਵਿੱਚ 2 ਜੋੜ ਦਈਏ ਤਾਂ ਵੀ ਆਨਸਰ ਆਉਂਦਾ 0 ਕੀ ਸੀ, ਆਈਡੈਂਟੀਟੀ ਐਲੀਮੈਂਟ। ਤਾਂ ਦੋ ਇਹੋ ਜਿਹੇ ਐਲੀਮੈਂਟ ਜਿਨ੍ਹਾਂ ਤੇ ਕੋਈ ਆਪਰੇਸ਼ਨ ਕਹਿੰਦੇ ਆ, ਬੇਸਿਕ ਆਪਰੇਸ਼ਨ ਹੁੰਦੇ, ਜੋੜ ਘਟਾਓ ਗੁਣਾ ਭਾਗ, ਇਹ ਤੇ ਅਸੀਂ ਜੋੜ ਇੱਕ ਆਪਰੇਸ਼ਨ ਲਾ ਰਹੇ ਹਾਂ, ਕੋਈ ਆਪਰੇਸ਼ਨ ਲਾਉਣ ਤੇ ਆਨਸਰ ਆਈਡੈਂਟੀਟੀ ਆ ਜੇ। ਦੋ ਇਹੋ ਜਿਹੇ ਨੰਬਰ ਜਿਨ੍ਹਾਂ ਤੇ ਕੋਈ ਆਪਰੇਸ਼ਨ ਲਾਉਣ ਤੇ ਆਈਡੈਂਟੀਟੀ ਐਲੀਮੈਂਟ ਆ ਜੇ, ਤਾਂ ਆਹ ਦੋਨੇ ਜਿਹੜੇ ਐਲੀਮੈਂਟ ਹੁੰਦੇ ਇੱਕ ਦੂਜੇ ਦੇ ਇਨਵਰਸ ਹੁੰਦੇ। ਜੇ ਜੋੜ ਕੇ ਆਈ ਹੈ 0 ਆਈਡੈਂਟੀਟੀ ਐਲੀਮੈਂਟ, ਤਾਂ ਇਹ ਐਡਿਟਿਵ ਆਈਡੈਂਟੀਟੀ ਹੁੰਦੀ ਹੈ। ਜੇ ਮਲਟੀਪਲਾਈ ਕਰਕੇ ਮਲਟੀਪਲੀਕੇਸ਼ਨ ਵਾਲੀ ਆਈਡੈਂਟੀਟੀ ਆ ਜਾਏ ਤਾਂ ਉਹਨੂੰ ਅਸੀਂ ਮਲਟੀਪਲੀਕੇਟਿਵ ਆਈਡੈਂਟੀਟੀ ਕਹਿੰਦੇ। ਤਾਂ ਐਡਿਟਿਵ ਆਈਡੈਂਟੀਟੀ ਕੀ ਹੋਏਗੀ, ਦੋ ਨੰਬਰਸ ਨੂੰ ਜੋੜਨ ਤੇ ਆਨਸਰ ਆਈਡੈਂਟੀਟੀ ਐਲੀਮੈਂਟ ਆ। ਤਾਂ ਇਹਦੇ 'ਚ ਆਈਡੈਂਟੀਟੀ ਐਲੀਮੈਂਟ ਕੀ ਹੋਏਗਾ, ਜੇ Z ਤੁਹਾਨੂੰ ਕੋਈ ਨੰਬਰ ਦਿੱਤਾ ਤਾਂ ਉਹਦੀ ਆਈਡੈਂਟੀਟੀ ਹੋਏਗੀ, ਇਨਵਰਸ ਕੀ ਹੋਏਗਾ -Z। ਤਾਂ Z ਤੇ -Z ਨੂੰ ਤੁਸੀਂ ਜਦੋਂ ਕਰੋਗੇ, Z ਚੋਂ ਮਾਈਨਸ ਕਰੋਗੇ Z ਨੂੰ, ਤਾਂ ਆਈਡੈਂਟੀਟੀ ਐਲੀਮੈਂਟ ਆ ਜਾਏਗਾ 0 + i 0। ਇਹ ਕਰਾਂਗੇ ਆਪਾਂ ਅੱਗੇ। ਇਹ ਸਿਰਫ ਹਲੇ ਸਮਝ ਲਓ ਵੀ Z ਦਾ ਉਲਟ ਕ੍ਰਮ ਕੀ ਹੁੰਦਾ, -Z, ਜਿਹਨੂੰ ਅਸੀਂ ਐਡਿਟਿਵ ਇਨਵਰਸ ਕਹਿੰਦੇ ਹਾਂ, ਠੀਕ ਹੈ। ਅੱਗੇ ਡਿਫਰੈਂਸ ਕਿਵੇਂ ਫਾਈਂਡ ਕਰੀਦਾ, ਜਿਵੇਂ ਸਮ ਫਾਈਂਡ ਕਰੀਦਾ, ਐਡੀਸ਼ਨ ਫਾਈਂਡ ਕੀਤਾ, ਮੈਂ ਡਿਫਰੈਂਸ ਕਰ ਲੈਣਾ। ਹੁਣ ਆਪਾਂ ਇੱਕ ਅੱਧੇ ਦਾ ਡਿਫਰੈਂਸ ਤੇ ਕਰਕੇ ਦੇਖ ਲੈਂਦੇ ਹਾਂ। ਆਹ ਡਿਫਰੈਂਸ ਹੀ ਕਰ ਲੈਂਦੇ ਹਾਂ। ਦੇਖੋ ਆਹ ਦੇਖੋ ਦਿੱਤਾ ਹੋਇਆ 6 + 3 i। ਇਹਦੇ ਚੋਂ ਅਸੀਂ ਪਹਿਲਾਂ ਜੋੜ ਕੇ ਦੇਖੀਏ, ਜੋੜੀਏ 2 - i 2 - i ਜੋੜਨਾ, ਤਾਂ ਕਿਵੇਂ ਜੁੜੇਗਾ।
6 प्लस 3 आइटा ब्रैकेट्स ओपन करिए पहला तो प्लस 2 माइनस आइटा ਤੇ ਜੋੜਨ ਵੇਲੇ ਕੀ ਹੋਏਗਾ ਰੀਅਲ ਨੰਬਰ ਨਾਲ ਜੁੜ ਜਾਏਗਾ ਕੰਪਲੈਕਸ ਪਾਰਟ ਇਮੇਜਿਨਰੀ ਪਾਰਟ ਨਾਲ ਜੁੜ ਜਾਏਗਾ ਤਾਂ 2 ਤੇ 6 ਜੁੜ ਕੇ ਹੋ ਜਾਣਗੇ 8 ਤੇ -3 ਤੇ 1 ਆਈਟਾ ਇਹ ਹੋ ਜਾਣਗੇ -2 ਆਈਟਾ ਇਹ ਤਾਂ ਹੋ ਗਿਆ ਐਡੀਸ਼ਨ ਜੇ ਅਸੀਂ ਮਾਈਨਸ ਕਰਨਾ ਹੁੰਦਾ ਫਿਰ ਕੀ ਕਰਦੇ 3 + 6 + 3 ਆਈਟਾ ਚੋਂ ਅਸੀਂ ਮਾਈਨਸ ਕਰਨਾ ਚਾਹੁੰਦੇ ਹਾਂ 2 ਮਾਈਨਸ ਆਈਟਾ ਤਾਂ ਕੀ ਕਰਾਂਗੇ ਬ੍ਰੈਕਟ ਜਦੋਂ ਓਪਨ ਕਰਾਂਗੇ ਤਾਂ 6 + 3 ਆਈਟਾ ਮਾਈਨਸ ਜਦੋਂ ਇੱਥੋਂ ਖੋਲਾਂਗੇ ਤਾਂ ਸਾਈਨ ਚੇਂਜ ਹੋ ਜਾਣਗੇ 2 ਮਾਈਨਸ ਦਾ ਹੋ ਜਾਊਗਾ ਆਇਓਟਾ ਜਿਹੜਾ ਉਹ ਪਲੱਸ ਦਾ ਹੋ ਜਾਊਗਾ ਹੁਣ 6 ਤੇ -2 ਇਹ ਹੋ ਜਾਣਗੇ 4 3 ਤੇ +1 ਇਹ ਹੋ ਜਾਣਗੇ 4 ਤਾਂ ਜੋੜ ਘਟਾਓ ਇਸ ਤਰੀਕੇ ਨਾਲ ਹੁੰਦਾ ਸਿਰਫ ਰੀਅਲ ਪਾਰਟ ਨੂੰ ਰੀਅਲ ਪਾਰਟ 'ਚ ਜੋੜ ਦੇਣਾ ਇਮੇਜਿਨਰੀ ਪਾਰਟ ਨੂੰ ਇਮੇਜਿਨਰੀ ਪਾਰਟ 'ਚ ਜੋੜ ਘਟਾਓ ਕਰ ਦੇਣਾ ਸਾਈਨ ਦੇ ਅਕੋਰਡਿੰਗਲੀ ਜੋੜ ਘਟਾਓ ਹੁੰਦਾ ਇੱਕੋ ਜਿਹੇ ਸਾਈਨ ਵਾਲੇ ਜੁੜ ਜਾਣਗੇ ਆਪੋਜ਼ਿਟ ਸਾਈਨ ਵਾਲੇ ਘਟ ਜਾਣਗੇ ਇਹ ਜੋੜ ਤੇ ਘਟਾਓ ਹੁੰਦੀ ਚੀਜ਼ ਕੋਈ ਕਹਿਣ ਨੂੰ ਹੀ ਦੋ ਨਾ ਹੁੰਦੇ ਆ ਜੋੜ ਘਟਾਓ ਠੀਕ ਹੈ ਹੁੰਦਾ ਇੱਕੋ ਹੀ ਕੰਮ ਹੈ ਇੱਕੋ ਜਿਹੇ ਸਾਈਨ ਵਾਲੇ ਜੁੜ ਜਾਣੇ ਆ ਉਲਟ ਸਾਈਨ ਵਾਲੇ ਘਟ ਜਾਣੇ ਬਸ ਠੀਕ ਹੈ ਨਾ ਆ ਹੋ ਗਿਆ ਸਾਡਾ ਡਿਫਰੈਂਸ ਆਫ ਟੂ ਅੱਗੇ ਆ ਗਿਆ ਮਲਟੀਪਲੀਕੇਸ਼ਨ ਹੁਣ ਮਲਟੀਪਲੀਕੇਸ਼ਨ ਕਿਵੇਂ ਕਰੀਏ ਆਪਾਂ ਇੱਕ ਐਗਜ਼ਾਮਪਲ ਲੈ ਕੇ ਕਰ ਲੈਂਦੇ ਜਿਵੇਂ ਹੁਣ ਇੱਥੇ ਦਿੱਤਾ ਹੋਇਆ ਵਾਲਾ ਆਪਾਂ ਸਮਝਣ ਦੀ ਬਜਾਏ ਥਿਉਰੀ ਸਮਝਣ ਦੀ ਬਜਾਏ ਐਗਜ਼ਾਮਪਲ ਹੀ ਸਮਝ 3 + ਆਇਓਟਾ 5 ਲਿਖ ਲਓ ਜਾਂ 5 ਆਇਓਟਾ ਲਿਖ ਲਓ ਇੱਕੋ ਹੀ ਗੱਲ ਹੁੰਦੀ ਹੈ ਠੀਕ ਹੈ ਕਿ 2 + ਆਇਓਟਾ 6 ਲਿਖ ਲਓ ਜਾਂ 6 ਆਇਓਟਾ 6 ਮੂਹਰੇ ਪਾ ਕੇ ਆਇਓਟਾ ਪਿੱਛੇ ਪਾ ਲਓ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ ਮਲਟੀਪਲਾਈ ਕਰਨਾ ਤਾਂ ਮਲਟੀਪਲਾਈ ਕਰਨ ਦਾ ਉਹੀ ਢੰਗ ਜਿਹੜਾ ਪਹਿਲਾਂ ਸੀਗਾ ਸਾਡਾ 3 ਨੂੰ 2 ਨਾਲ ਮਲਟੀਪਲਾਈ ਕਰਾਂਗੇ ਠੀਕ ਹੈ ਕਿ 3 ਨੂੰ 2 ਨਾਲ ਮਲਟੀਪਲਾਈ ਕਰਿਆ ਕਿੰਨਾ ਆ ਜਾਊਗਾ 6 ਫਿਰ 3 ਨੂੰ 6 ਆਇਟਾ ਨਾਲ ਇਹ ਹੋ ਜਾਊਗਾ 6 × 18 ਆਇਟਾ ਪਿੱਛੇ ਲਾ ਲਓ ਫਿਰ -5 ਆਇਟਾ ਨੂੰ 2 ਆਇਟਾ ਨਾਲ 2 ਨਾਲ ਮਲਟੀਪਲਾਈ ਕਰਾਂਗੇ 5 ਦੂਣੀ 10 ਆਇਟਾ ਤੇ ਇਹਨਾਂ ਦੋਹਾਂ ਦਾ ਮਲਟੀਪਲੀਕੇਸ਼ਨ 6 × 5 = 30 ਆਇਟਾ ਤੇ ਆਇਟਾ ਦਾ ਮਲਟੀਪਲੀਕੇਸ਼ਨ ਆਇਟਾ ਸਕੁਆਇਰ ਹੁਣ ਅਸੀਂ ਆਇਟਾ ਦੀ ਵੈਲਿਊ ਤੁਹਾਨੂੰ ਦੱਸੀ ਸੀ ਮੈਂ ਯਾਦ ਕਰੋ ਜਦੋਂ ਆਪਾਂ ਪਹਿਲਾਂ ਸਵਾਲ ਕੀਤੇ ਸੀ ਆਇਟਾ ਦੀ ਵੈਲਿਊ ਹੁੰਦੀ ਹੈ ਆਇਟਾ ਦੀ ਵੈਲਿਊ ਹੁੰਦੀ ਹੈ √-1 ਠੀਕ ਹੈ ਨਾ ਜੇ ਆਇਟਾ ਸਕੁਆਇਰ ਕਰੀਏ ਤਾਂ ਕੀ ਆ ਜਾਊਗਾ -1 ਆ ਜਾਊਗਾ ਰੂਟ ਹਟ ਜੂਗਾ ਠੀਕ ਹੈ ਤਾਂ ਆਹੀ ਕੰਮ ਅਸੀਂ ਇੱਥੇ ਕਰ ਜਿੱਥੇ ਆਇਟਾ ਸਕੁਆਇਰ ਆ ਜਾਏਗਾ ਉੱਥੇ ਅਸੀਂ ਆਹ ਤਾਂ ਦੋਨੇ ਜੁੜ ਜਾਣਗੇ 18 ਆਇਟਾ ਤੇ 10 ਆਇਟਾ ਜੁੜ ਕੇ ਹੋ ਗਏ 28 ਆਇਟਾ ਤੇ ਇੱਥੇ ਕੀ ਕਰਾਂਗੇ 30 ਤੇ ਆਇਟਾ ਸਕੁਆਇਰ ਦੀ ਥਾਂ ਤੇ ਉਹਦੀ ਵੈਲਿਊ ਪੁੱਟ ਕਰਨੀ -1 ਤਾਂ ਇਹ ਹੋ ਜਾਏਗਾ 6 + 28 ਆਇਟਾ -30 ਹੁਣ 6 ਤੇ 30 ਫਿਰ ਆਪਸ 'ਚ ਜੁੜ ਘਟ ਸਕਦੇ ਆ ਤਾਂ -30 ਤੇ ਜੋੜ ਦੇ 6 -24 + 28 ਆਇਟਾ ਆਨਸਰ ਹਮੇਸ਼ਾ ਕੰਪਲੈਕਸ ਨੰਬਰ ਦੇ ਸਟੈਂਡਰਡ ਫਾਰਮ ਜਿਹਨੂੰ ਅਸੀਂ ਲਿਖਦੇ ਨਾ a + ਆਇਟਾ b ਜਾਂ b ਆਇਟਾ ਇਸ ਫਾਰਮ ਦੇ ਵਿੱਚ ਹੀ ਆਨਸਰ ਤੁਹਾਡਾ ਐਂਡ ਤੇ ਆਉਣਾ ਚਾਹੀਦਾ ਜੇ ਇਦਾਂ ਉਲਟ ਪੁਲਟ ਆ ਇਹਨਾਂ ਨੂੰ ਤੇ ਕਰ ਲਓ ਐਡ ਕਰ ਲਓ ਆਇਟਾ ਵਾਲੇ ਆਪਸ 'ਚ ਜੁੜ ਜਾਣਗੇ ਬਿਨਾਂ ਆਇਟਾ ਵਾਲੇ ਆਪਸ 'ਚ ਜੁੜ ਜਾਣਗੇ ਅੱਗੇ ਆਪਾਂ ਹੋਰ ਕਰਾਂਗੇ ਆਇਟਾ ਦੀਆਂ ਪਾਵਰਸ ਕਰਾਂਗੇ ਉੱਥੇ ਹੋਰ ਤੁਹਾਨੂੰ ਗੱਲ ਕਲੀਅਰ ਹੋ ਜਾਏਗੀ ਤਾਂ ਹਾਲ ਦੀ ਘੜੀ ਸਿਰਫ ਇੰਨਾ ਸਮਝਾਓ ਇਹਨੇ ਤਾਂ ਫਾਰਮੂਲਾ ਦੱਸਤਾ Z1 Z2 ਦਾ ਮਲਟੀਪਲੀਕੇਸ਼ਨ ਇਸ ਤਰੀਕੇ ਨਾਲ ਕੀਤਾ ਨਾ ਤਾਂ ਕਿਸੇ ਨੂੰ ਯਾਦ ਰਹਿੰਦਾ ਹੈ ਤੇ ਨਾ ਹੀ ਅਸੀਂ ਇਹਨੂੰ ਵਰਤਦੇ ਹਾਂ ਅਸੀਂ ਸਿਰਫ ਇਸੇ ਤਰ੍ਹਾਂ ਹਰ ਵਾਰੀ ਮਲਟੀਪਲਾਈ ਕਰਾਂਗੇ ਪਹਿਲਾਂ 3 ਨੂੰ ਦੋਹਾਂ ਨਾਲ ਮਲਟੀਪਲਾਈ ਕਰ ਦਾਂਗੇ ਫਿਰ 5 ਆਇਟਾ ਨਾਲ ਦੋਹਾਂ ਨੂੰ ਮਲਟੀਪਲਾਈ ਕਰਾਂਗੇ ਤੇ ਐਂਡ ਤੇ ਇਹਨਾਂ ਦਾ ਜਿਹੜਾ ਜੋੜ ਕਰ ਦੇਂਗੇ ਜਿਹੜੇ ਸਿਮਿਲਰ ਆਈਟਮਸ ਟਰਮਸ ਨੇ ਜੁੜ ਜਾਣਗੇ ਆਇਟਾ ਸਕੁਆਇਰ ਦੀ ਥਾਂ ਤੇ -1 ਪੁੱਟ ਕਰ ਦੇਣਾ ਤੇ ਐਡੀਸ਼ਨ ਕਰਕੇ ਆਨਸਰ ਆ ਠੀਕ ਹੈ ਨਾ ਇਹ ਹੋ ਗਿਆ ਮਲਟੀਪਲੀਕੇਸ਼ਨ ਦੇ ਵਿੱਚ ਵੀ ਉਸੇ ਤਰ੍ਹਾਂ ਕੋਮੂਟੇਟਿਵ ਲਾਅ ਲੱਗਦਾ ਹੈ ਯਾਨੀ ਜੇ Z1 ਨੂੰ Z2 ਨਾਲ ਮਲਟੀਪਲਾਈ ਕਰੀਏ ਜਾਂ Z2 ਨੂੰ Z1 ਨਾਲ ਮਲਟੀਪਲਾਈ ਕਰੀਏ ਸੇਮ ਆਨਸਰ ਆਏਗਾ ਇਸੇ ਤਰ੍ਹਾਂ Z1 Z2 ਨੂੰ ਮਲਟੀਪਲਾਈ ਕਰਕੇ ਬਾਅਦ ਚ Z3 ਨਾਲ ਮਲਟੀਪਲਾਈ ਕਰੀਏ ਜਾਂ Z2 Z3 ਦਾ ਮਲਟੀਪਲੀਕੇਸ਼ਨ ਕਰਕੇ ਬਾਅਦ ਚ Z1 ਦਾ ਮਲਟੀਪਲੀਕੇਸ਼ਨ ਕਰੀਏ ਇੱਕੋ ਹੀ ਗੱਲ ਹੈ ਦੋਵਾਂ ਦਾ ਆਨਸਰ ਸੇਮ ਹੈ ਐਸੋਸੀਏਟਿਵ ਲਾਅ ਤੇ ਕੋਮੂਟੇਟਿਵ ਲਾਅ ਜਿਹੜੇ ਹੈਗੇ ਇਹਦੇ ਤੇ ਦੋਵਾਂ ਤੇ ਲੱਗਦੇ ਇਸੇ ਤਰ੍ਹਾਂ ਮਲਟੀਪਲੀਕੇਟਿਵ ਆਇਡੈਂਟੀਟੀ ਉਹ 1 ਹੁੰਦੀ ਹੈ ਅਸੀਂ ਦੂਜਿਆਂ 'ਚ ਵੀ ਦੇਖੀ ਹੈ ਜਿਵੇਂ 2 ਨੂੰ 1 ਨਾਲ ਮਲਟੀਪਲਾਈ ਕਰੋ 2 ਆਉਂਦਾ ਤੇ 1/3 ਨੂੰ 1 ਨਾਲ ਮਲਟੀਪਲਾਈ ਕਰੋ 1/3 ਹੀ ਆਉਂਦਾ ਇਸੇ ਤਰ੍ਹਾਂ 1 ਨੂੰ 2 ਨਾਲ ਮਲਟੀਪਲਾਈ ਕਰੋ ਜਾਂ 1 ਨੂੰ 1/3 ਨਾਲ ਮਲਟੀਪਲਾਈ ਕਰੋ ਤਾਂ ਆਹ ਕੀ ਸੀਗੀ ਸਾਡੀ ਮਲਟੀਪਲੀਕੇਟਿਵ ਆਇਡੈਂਟੀਟੀ ਸੀਗੀ ਜਿਹਨੂੰ
ਅਪਲਾਈ ਕਰੇ ਤੋਂ ਕੋਈ ਫਰਕ ਨਹੀਂ ਪੈਂਦਾ, ਨੰਬਰ ਉਵੇਂ ਜਿਵੇਂ ਹੀ ਰਹਿ ਜਾਂਦਾ। ਤੈਨੂੰ ਅਸੀਂ ਕਹਿੰਦੇ ਸੀ ਮਲਟੀਪਲੀਕੇਟਿਵ ਆਈਡੈਂਟਿਟੀ। ਠੀਕ ਹੈ, ਮਲਟੀਪਲੀਕੇਟਿਵ ਆਈਡੈਂਟਿਟੀ ਪੰਜਾਬੀ 'ਚ ਅਸੀਂ ਕਹਿੰਦੇ ਸੀ ਗੁਣਾਤਮਕ ਇਕਾਈ। ਠੀਕ ਹੈ, ਤਾਂ ਇਹਨੂੰ ਅਸੀਂ ਮਲਟੀਪਲੀਕੇਟਿਵ ਆਈਡੈਂਟਿਟੀ ਕਹਿੰਦੇ। ਇਹ ਸੀਗੀ ਨੈਚੁਰਲ ਨੰਬਰਸ ਦੀ ਜਾਂ ਰੀਅਲ ਨੰਬਰਸ ਦੀ ਕਹਿ ਲਓ। ਤੇ ਜੇ ਕੰਪਲੈਕਸ ਨੰਬਰ ਦੀ ਗੱਲ ਕਰੀਏ, ਕੰਪਲੈਕਸ ਨੰਬਰ ਦੀ ਹੁੰਦੀ ਹੈ 1 + 0 ਆਈਟਾ। 1 + 0 ਆਈਟਾ, ਉਹੀ 1 ਹੀ ਹੁੰਦੀ ਹੈ, ਆਈਟਾ ਵਾਲਾ ਜਿਹੜਾ ਪਾਰਟ ਹੈ ਉਹ 0 ਹੈ। ਠੀਕ ਹੈ ਨਾ, ਇਮੈਜਨਰੀ ਪਾਰਟ ਹੈ ਜਿਹੜਾ 0 ਹੈ ਇਹਦਾ, ਤਾਂ ਇਮੈਜਨਰੀ 0 ਹੋਏਗਾ, ਅਸਲ 'ਚ ਤਾਂ 1 ਹੀ ਹੈ ਇਹ। ਠੀਕ ਹੈ ਕਿ ਨਹੀਂ, ਤਾਂ ਇਹਨੂੰ ਅਸੀਂ ਮਲਟੀਪਲੀਕੇਟਿਵ ਆਈਡੈਂਟਿਟੀ ਕਹਿੰਦੇ। ਇਸੇ ਤਰ੍ਹਾਂ ਹੁੰਦੀ ਹੈ ਇਹਦਾ ਜਿਹੜਾ ਇਨਵਰਸ ਹੈ, Z ਦਾ ਜਿਹੜਾ ਇਨਵਰਸ ਹੈ, ਮਲਟੀਪਲੀਕੇਟਿਵ ਇਨਵਰਸ, ਉਹ 1/Z ਹੁੰਦਾ। ਯਾਨੀ ਕਿਸੇ ਕੰਪਲੈਕਸ ਦਾ ਮਲਟੀਪਲੀਕੇਟਿਵ ਇਨਵਰਸ ਕਰਨਾ ਤਾਂ ਉਹਨੂੰ 1/Z ਕਰ ਲਓ, ਜਾਂ Z ਦੀ ਪਾਵਰ -1 ਇੱਦਾਂ ਵੀ ਇਹਨੂੰ ਲਿਖਦੇ ਹਾਂ। ਠੀਕ ਹੈ, ਤਾਂ ਇਹਨੂੰ ਅਸੀਂ ਮਲਟੀਪਲੀਕੇਟਿਵ ਇਨਵਰਸ ਕਹੋ। ਕੱਢਣਾ ਕਿਵੇਂ ਉਹ ਮੈਂ ਤੁਹਾਨੂੰ ਬਾਅਦ 'ਚ ਦੱਸਦਾ। ਇਸੇ ਤਰ੍ਹਾਂ ਡਿਸਟ੍ਰੀਬਿਊਟਿਵ ਲਾਅ ਇਹ 'ਤੇ ਲਾਗੂ ਹੁੰਦਾ ਵੀ Z1 Z2 ਜੁੜ ਕੇ ਉਹਦੇ 'ਤੇ ਉਹਨੂੰ ਬਾਹਰ ਅਸੀਂ Z1 ਨਾਲ ਮਲਟੀਪਲਾਈ ਕਰਾਂ ਤਾਂ Z1 ਹੈ ਜਿਹੜਾ ਦੋਹਾਂ 'ਤੇ ਡਿਸਟ੍ਰੀਬਿਊਟ ਹੋ ਜਾਂਦਾ, ਤਾਂ ਹੀ ਇਹਨੂੰ ਡਿਸਟ੍ਰੀਬਿਊਟਿਵ ਲਾਅ ਕਹਿੰਦੇ ਆ। Z1 ਕੀ ਹੈ, ਦੋਹਾਂ 'ਤੇ ਡਿਸਟ੍ਰੀਬਿਊਟ ਹੋ ਜਾਂਦਾ, ਤਾਂ Z1 Z2 ਨਾਲ ਵੀ ਮਲਟੀਪਲਾਈ ਹੋਗਾ, Z1 Z3 ਨਾਲ ਵੀ ਮਲਟੀਪਲਾਈ। ਬ੍ਰੈਕਟ ਖੋਲ ਕੇ ਆਪਾਂ ਕਰਦੇ ਹਾਂ ਆਮ ਸਿੱਧੀ ਮਲਟੀਪਲੀਕੇਸ਼ਨ, ਉਸੇ ਤਰੀਕੇ ਨਾਲ ਇਹਦੀ ਮਲਟੀਪਲੀਕੇਸ਼ਨ ਹੁੰਦੀ। ਤਾਂ ਡਿਵੀਜ਼ਨ ਤੋਂ ਪਹਿਲਾਂ ਆਪਾਂ ਇੱਕ ਚੀਜ਼ ਪਹਿਲਾਂ ਸਮਝ ਲਈਏ, ਉਹ ਫਿਰ ਸਮਝ ਆਏਗਾ ਸਾਨੂੰ ਸੌਖਾ। ਇਹਨੇ ਪਹਿਲਾਂ ਦੂਸਰੇ ਤਰੀਕੇ ਨਾਲ ਸਮਝਾਇਆ, ਫਿਰ ਉੱਦਾਂ ਸਮਝਾਉਣ ਦੀ ਕੋਸ਼ਿਸ਼ ਕੀਤੀ। ਆਪਾਂ ਪਹਿਲਾਂ ਹੀ ਉੱਦਾਂ ਸ਼ੁਰੂ ਕਰੀਏ। ਇੱਕ ਚੀਜ਼ ਹੁੰਦੀ ਹੈ ਇਹਦੇ ਵਿੱਚ ਕੌਨਜੂਗੇਟ, conjugate of complex number। ਜੇ ਕੋਈ ਸਾਡੇ ਕੋਲੇ a + iota b ਕੋਈ ਕੰਪਲੈਕਸ ਨੰਬਰ ਹੈ, ਇਹਦਾ ਕੌਨਜੂਗੇਟ ਫਾਈਂਡ ਕਰਨਾ, ਇਹਨੂੰ ਸੇ ਆਪਾਂ Z ਕਹਿ ਲਈਏ। ਤਾਂ ਇਹਦਾ ਕੌਨਜੂਗੇਟ ਫਾਈਂਡ ਕਰਨ ਵਾਸਤੇ ਜਿਹਦਾ ਫਾਈਂਡ ਕਰਨਾ ਤੁਹਾਨੂੰ ਅਸੀਂ ਕਹਿੰਦੇ Z ਬਾਰ। Z ਬਾਰ ਇਹ ਕੀ ਹੈ, ਕੌਨਜੂਗੇਟ ਆਫ Z। ਕੌਨਜੂਗੇਟ ਸ਼ਬਦ ਤੁਹਾਡੇ ਲਈ ਨਵਾਂ ਹੈ, ਪਰ ਤੁਸੀਂ ਇਹਦਾ ਪੰਜਾਬੀ ਵਰਜ਼ਨ ਯੂਜ਼ ਕੀਤਾ ਹੋਇਆ। ਕੌਨਜੂਗੇਟ ਕਹਿੰਦਾ ਸੰਯੁਗਮੀ ਨੂੰ, ਕੌਨਜੂਗੇਟ ਆਫ Z। ਇਹ ਇਹਦੀ ਵੈਲਿਊ Z ਬਾਰ ਅਸੀਂ ਇਹਨੂੰ ਕਹਿੰਦੇ। ਇਹ ਕਾਹਦੇ ਹੋਏ ਇਕੁਅਲ ਹੋਏਗਾ, a + iota b ਦਾ ਬਾਰ। ਤੇ ਕਰਨਾ ਕੀ ਹੈ ਇਹਦੇ 'ਚ, ਸਿਰਫ ਵਿਚਾਲੜਾ ਸਾਈਨ ਚੇਂਜ ਕਰਨਾ, ਜਿਹੜਾ ਇਮੈਜਨਰੀ ਪਾਰਟ ਦਾ ਸਾਈਨ ਹੈ ਉਹ ਚੇਂਜ ਕਰਨਾ। ਤਾਂ Z ਦਾ ਕੌਨਜੂਗੇਟ ਕੀ ਹੁੰਦਾ, Z ਬਾਰ, ਤੇ ਉਹਦੀ ਵੈਲਿਊ ਕੀ ਹੋਈ, ਜੇ Z ਦੀ ਵੈਲਿਊ a + iota b ਹੈ ਤਾਂ Z ਬਾਰ ਦੀ ਵੈਲਿਊ ਜਿਹੜੀ ਹੋਏਗੀ a - iota b। ਠੀਕ ਹੈ, ਹੁਣ ਇੱਕ ਚੀਜ਼ ਹੋਰ ਹੈ, ਉਹ ਇਹਨੂੰ ਕਹਿੰਦੇ ਆਪਾਂ ਕੌਨਜੂਗੇਟ ਤੋਂ ਬਾਅਦ ਆਉਂਦਾ ਇੱਕ ਚੀਜ਼ ਇਹਦੇ 'ਚ ਆਉਂਦੀ ਹੈ, ਉਹ ਹੁੰਦੀ ਹੈ ਮੋਡੂਲਸ। ਆ ਹੀ ਗਿਆ ਉਹ ਕਿਤੇ, ਹਾਂ ਮੋਡੂਲਸ ਐਂਡ ਕੌਨਜੂਗੇਟ ਆਫ ਕੰਪਲੈਕਸ ਨੰਬਰ। ਇੱਥੇ ਆ ਕੇ ਡਿਸਕਸ ਕੀਤਾ ਆਪਾਂ, ਉੱਥੇ ਕਰ ਲਿਆ ਇਹਨੂੰ ਪਹਿਲਾਂ। ਮੋਡੂਲਸ ਕੀ ਹੁੰਦਾ ਹੈ ਵੀ Z = ਜੇ ਸਾਨੂੰ ਦਿੱਤਾ ਹੈ a + iota b, ਆਪਾਂ ਕੋਈ ਐਗਜ਼ਾਮਪਲ ਲੈ ਲਈਏ, Z = ਲੈ ਲਿਆ 2 + 3 iota ਜਾਂ iota 3। ਤਾਂ ਇਹਦਾ ਕੌਨਜੂਗੇਟ ਤਾਂ ਤੁਹਾਨੂੰ ਪਤਾ ਹੈ, ਕੌਨਜੂਗੇਟ ਤੁਹਾਨੂੰ ਦੱਸਿਆ ਸੀ Z ਬਾਰ, ਉਹਦੀ ਵੈਲਿਊ ਹੋਏਗੀ 2 - 3 iota। ਜੇ ਤੁਹਾਨੂੰ Z ਦੀ ਵੈਲਿਊ ਦਿੱਤੀ ਹੋਈ ਹੈ 5 - 2 iota ਤੇ Z1 ਲੈ ਲਈਏ, ਤਾਂ Z1 ਦਾ ਮੋਡੂਲਸ ਕੀ ਹੋਏਗਾ, ਸੌਰੀ ਬਾਰ ਕੀ ਹੋਏਗਾ, 5 + 2 iota ਹੋਏਗਾ। ਬਸ ਆ ਇਮੈਜਨਰੀ ਪਾਰਟ ਦਾ ਸਾਈਨ ਚੇਂਜ ਕਰਨਾ, ਬਾਕੀ ਕੁਛ ਨਹੀਂ ਕਰਨਾ। ਠੀਕ ਹੈ ਨਾ, ਤੇ ਇੱਕ ਇਹਦਾ ਹੁੰਦਾ ਮੋਡੂਲਸ, Z ਦਾ ਮੋਡੂਲਸ, ਉਹ ਕਾਹਦੇ ਇਕੁਅਲ ਹੁੰਦਾ ਹੈ, ਉਹ ਹੁੰਦਾ ਸਕੁਆਇਰ ਰੂਟ ਆਫ ਰੀਅਲ ਪਾਰਟ a ਦਾ ਸਕੁਆਇਰ ਪਲੱਸ ਇਮੈਜਨਰੀ ਪਾਰਟ ਦਾ ਸਕੁਆਇਰ। ਇਹ ਪੋਜ਼ਿਟਿਵ ਨੰਬਰ ਹੁੰਦਾ, ਇਹ 'ਚ ਨੈਗੇਟਿਵ ਨਹੀਂ ਲੈਣਾ ਕਦੇ ਵੀ। ਮੋਡੂਲਸ ਹਮੇਸ਼ਾ ਪੋਜ਼ਿਟਿਵ ਲੈਣਾ। ਸਕੁਆਇਰ ਰੂਟ ਲੈਂਦੇ ਉਦੋਂ ਅਸੀਂ ਵਿਚਾਰ ਨਾਲ ਨੈਗੇਟਿਵ ਵੀ ਲੈਂਦੇ ਹੁੰਦੇ ਹਾਂ, ਪਰ ਮੋਡੂਲਸ ਹਮੇਸ਼ਾ ਪੋਜ਼ਿਟਿਵ ਨੰਬਰ ਹੀ ਹੁੰਦਾ ਹੈ, ਇਹ ਕਦੇ ਨੈਗੇਟਿਵ ਨਹੀਂ ਹੁੰਦਾ। ਜਿਵੇਂ ਹੁਣ ਮੰਨ ਲਓ ਇਹਦਾ ਲੈਣਾ ਅਸੀਂ, ਤੇ ਕੀ ਆਏਗਾ ਇਹਦਾ ਮੋਡੂਲਸ, 2 ਦਾ ਸਕੁਆਇਰ + 3 ਦਾ ਸਕੁਆਇਰ, यानी 4 + 9 यानी
ਸਕੁਆਇਰ ਰੂਟ ਆਫ 13 ਪੋਜ਼ਿਟਿਵ ਓਨਲੀ। ਠੀਕ ਹੈ, ਤਾਂ ਇਸ ਤਰੀਕੇ ਨਾਲ ਅਸੀਂ ਮੋਡੂਲਸ ਫਾਈਂਡ ਕਰਨੇ। ਦੋ ਚੀਜ਼ਾਂ ਇਹ ਸਾਡੇ ਧਿਆਨ 'ਚ ਪਹਿਲਾਂ ਹੀ ਹੋਣੀਆਂ ਚਾਹੀਦੀਆਂ, ਬਾਅਦ 'ਚ ਵੀ ਕਰਨੀਆਂ, ਪਹਿਲਾਂ ਹੀ ਕਰ ਲਈਆਂ। ਇੱਕ ਕੀ ਸੀਗਾ ਕੰਜੂਗੇਟ, ਇੱਕ ਸੀਗਾ ਮੋਡੂਲਸ। ठीक है, MODUL आएगा कंजुगेट। संयुग्मी असीं पढ़िया सीगा, उस नूं कंजुगेट कहंदे इंग्लिश। ठीक है, हुण असीं सीगे इत्थे डिस्ट्रिक्ट डिवीजन ऑफ टू नंबर्स, दो नंबर्स की डिवीजन करनी सीखनी। आ Z1 Z2 ਤੁਹਾਨੂੰ ਦੋ ਨੰਬਰ ਦਿੱਤੇ ਆ, ਤੁਹਾਨੂੰ ਕਿਹਾ ਵੀ ਇਹਨਾਂ ਨੂੰ ਡਿਵਾਈਡ ਕਰੋ। Z1 ਇਕੁਅਲਸ ਟੂ ਤੁਹਾਨੂੰ ਦਿੱਤਾ ਹੋਇਆ 6 + 3 ਆਇਟਾ, ਤੇ Z2 ਦਿੱਤਾ ਹੋਇਆ ਤੁਹਾਨੂੰ 2 - ਆਇਟਾ। ਤੁਹਾਨੂੰ ਕਿਹਾ ਫਾਈਂਡ Z1 ਅਪੋਨ Z2, ਇਹਦੀ ਵੈਲਿਊ ਫਾਈਂਡ, ਭਾਗ ਕਰੋ, ਯਾਨੀ ਡਿਵੀਜ਼ਨ ਕਰੋ ਅਪੋਨ 2 - ਆਇਟਾ। ਤਾਂ ਇਹਨਾਂ ਨੂੰ ਅਸੀਂ ਕਰਨ ਲਈ ਕੀ ਕਰਾਂਗੇ, ਜਿਹੜਾ ਡਿਨੋਮੀਨੇਟਰ ਹੈ ਇਹਨੂੰ ਕਹਿੰਦੇ ਨੇ ਨਿਊਮਰੇਟਰ, ਇਹਨੂੰ ਕਹਿੰਦੇ ਡਿਨੋਮੀਨੇਟਰ। ਨਿਊਮਰੇਟਰ ਡਿਨੋਮੀਨੇਟਰ, ਅੰਸ਼ ਤੇ ਹਰ ਦੇ ਸੰਯੁਗਮੀ ਨਾਲ ਮਲਟੀਪਲਾਈ ਕਰਾਂਗੇ, ਹਰ ਦੇ ਸੰਯੁਗਮੀ ਨਾਲ ਮਲਟੀਪਲਾਈ। 2 - ਆਇਟਾ ਸੀਗਾ ਤਾਂ ਇਹਨੂੰ 2 + ਆਇਟਾ ਨਾਲ ਉੱਪਰ ਥੱਲੇ ਮਲਟੀਪਲਾਈ ਕਰੇ ਤਾਂ ਕੀ ਆਏਗਾ, ਦੇਖੋ ਉੱਪਰ ਕੀ ਆ ਜਾਏਗਾ, 6 × 2 ਪਹਿਲਾਂ ਤਾਂ ਇਹ ਹੋ ਜਾਏਗਾ 12, फिर 6 × आयटा ये हो जाएगा 6 आयटा, फिर 2 आयटा 3 आयटा × 2 3 आयटा × 2 ये भी 6 आयटा हो जाएगा, फिर 3 आयटा प्लस आयटा आयटा हो जाएगा 3 आयटा स्क्वायर का 3 आयटा स्क्वायर। हेठा की होएगा, आ देखो a - b a + b है, तुम सीधा फार्मूला भी ला सकते हैं, a + b a - b का इक्वल याद है तुम, a + b इंटू a - b। 7th ਦੇ ਵਿੱਚ ਅਸੀਂ ਫਾਰਮੂਲਾ ਪੜਿਆ ਸੀਗਾ, ਇਹ ਸੀਗਾ a² - b²। ਅੱਜ ਦਾ ਫਾਰਮੂਲਾ ਵੀ ਲਾ ਸਕਦੇ ਹੋ ਤੁਸੀਂ, ਸਿੱਧਾ ਮਲਟੀਪਲਾਈ ਕਰਕੇ ਦੇਖਣਾ ਉਹ ਵੀ ਕਰ ਸਕਦੇ ਹੋ, ਤੁਹਾਡੀ ਮਰਜ਼ੀ ਹੈ। ਆਨਸਰ ਇਹੀ ਆਏਗਾ, ਇਹ ਆ ਜਾਏਗਾ 2 ਦਾ ਸਕੁਆਇਰ ਤੇ ਮਾਈਨਸ ਆਇਟਾ ਦਾ ਸਕੁਆਇਰ। ਠੀਕ ਹੈ ਨਾ, a - b a + b ਹੈ, a² - b² ਬਣ ਜਾਏਗਾ। ਠੀਕ ਹੈ, ਤਾਂ ਇਹ ਹੋ ਗਿਆ ਦੇਖੋ 12 ਤੇ ਆ ਹੋ ਗਏ 6 ਤੇ 6 12 ਆਇਟਾ ਹੋ ਗਏ, ਤੇ ਆ ਹੋ ਜਾਊਗਾ -3, ਕਿਉਂਕਿ I² ਆਇਟਾ ਸਕੁਆਇਰ ਦੀ ਵੈਲਿਊ ਅਸੀਂ -1 ਪੁੱਟ ਕਰਾਂਗੇ, -1 × 3 -3 ਹੋ ਜਾਊਗਾ, ਅਪੋਨ ਆ ਹੋ ਜਾਊਗਾ 2 ਦਾ ਸਕੁਆਇਰ ਹੋ ਜਾਊਗਾ 4, ਤੇ ਇੱਥੇ ਹੋ ਜਾਊਗਾ +1, ਆਇਟਾ ਸਕੁਆਇਰ ਦੀ ਵੈਲਿਊ -1 ਪੁੱਟ ਕਰਾਂਗੇ। ਇਸ ਤਰ੍ਹਾਂ ਲਿਖ ਲਓ, ਇੱਕ ਵਾਰੀ ਜੇ ਬਾਹਲੀ ਗੱਲ -1 यानी ਇਹਨੇ 1 ਉਹੀ ਜਾਣਾ 4 + 1। ਠੀਕ ਹੈ, ਤੇ ਹੋ ਗਿਆ 12 - 3 ਕਿੰਨਾ ਹੋ ਗਿਆ, 12 ਤੇ 3 ਮਾਈਨਸ ਵੀ ਕਰ ਲਈਏ, 9 + 12 ਆਇਟਾ ਅਪੋਨ 5 + 1 ਹੋ ਜਾਊਗਾ, 4 + 1 ਹੋ ਜਾਊਗਾ 5। ਇਹ ਕਿੰਨੇ ਦੇ ਆ ਗਿਆ, 9 + 12 ਆਇਟਾ ਅਪੋਨ 5। ਇਹਨਾਂ ਨੂੰ ਅਸੀਂ 5 ਨਾਲ ਅੱਡ ਡਿਵਾਈਡ ਕਰ ਦੇਂਗੇ, ਤਾਂ 9/5 + 12/5 ਦੋਹਾਂ ਦਾ ਅੱਡ 5 ਕਰਦਾ, ਐਲਸੀਐਮ ਸੀ ਨਾ ਇਹਨਾਂ ਨੂੰ, ਇਹਦੇ ਹੇਠਾਂ ਤੇ ਇਹਦੇ ਹੇਠਾਂ ਅੱਡ ਲਿਖਿਆ। ਆ ਬਣ ਗਿਆ ਸਾਡਾ ਆਨਸਰ, ਬਣ ਗਿਆ a + ਆਇਟਾ b ਦੀ ਫਾਰਮ 'ਚ। ਆ ਸਾਡਾ ਰੀਅਲ ਪਾਰਟ ਹੋ ਗਿਆ ਇਹਦਾ, ਆ ਇਮੇਜਨਰੀ ਪਾਰਟ ਹੋ ਗਿਆ ਜਿਹਦੇ ਨਾਲ ਆਇਟਾ ਲੱਗਿਆ। ਤਾਂ ਤੁਸੀਂ ਇੱਥੇ ਵੇਖ ਸਕਦੇ ਹੋ, ਆ ਗਿਆ 9/5 + 12/5 ਆਇਟਾ। ਠੀਕ ਹੈ ਨਾ, ਸੋ ਇਸ ਤਰੀਕੇ ਨਾਲ ਇਹ ਜਿਹੜਾ ਡਿਵੀਜ਼ਨ ਹੈ, ਜਦੋਂ ਵੀ ਹੇਠਾਂ ਸਮਝ ਲਓ, ਇਹ ਸਮਝ ਲਓ ਸਿੱਧੀ ਜੀ ਗੱਲ ਵੀ ਜਦੋਂ ਵੀ ਬਟੇ ਦੇ ਵਿੱਚ ਕੰਪਲੈਕਸ ਨੰਬਰ ਕਿਤੇ ਵੀ ਆਏਗਾ ਤਾਂ ਉਹਨੂੰ ਹਟਾਉਣ ਲਈ ਅਸੀਂ ਉਹਦੇ ਸੰਯੁਗਮੀ ਨਾਲ ਮਲਟੀਪਲਾਈ ਕਰਾਂਗੇ, ਉਹਦੇ ਕੰਜੂਗੇਟ ਨਾਲ ਮਲਟੀਪਲਾਈ ਕਰਾਂਗੇ। ਕੰਜੂਗੇਟ ਨਾਲ ਮਲਟੀਪਲਾਈ ਕਰੇ ਤੋਂ ਦੇਖੋ ਹੇਠਲੇ ਪਾਸੇ ਆਇਟਾ ਹਟ ਗਿਆ, ਹੈ ਨਹੀਂ ਨਾ, ਉਹਨੇ ਹੇਠਲੇ ਪਾਸੇ ਇੱਥੇ ਆਇਟਾ ਖਤਮ ਹੋ ਗਿਆ। ਆਹ ਚੀਜ਼ ਬਣੀ, ਹਮੇਸ਼ਾ ਹੀ ਆਹ ਚੀਜ਼ ਬਣੂਗੀ, a² - b², ਤੇ ਇਹਦਾ ਸੋਲਵ ਕਰਕੇ ਹਮੇਸ਼ਾ ਆਹੀ ਆਨਸਰ ਆਏਗਾ। ਤਾਂ ਹੀ ਅਸੀਂ ਜਾਣ ਬੁੱਝ ਕੇ ਇਹਦੇ ਸੰਯੁਗਮੀ ਨਾਲ ਮਲਟੀਪਲਾਈ ਕੀਤਾ, ਇਹਦੇ ਕੰਜੂਗੇਟ ਨਾਲ ਮਲਟੀਪਲਾਈ ਕੀਤਾ ਹੈ। ਸੋ ਇਹ ਸੀਗੀ ਡਿਵੀਜ਼ਨ ਕਰਨ ਵਾਸਤੇ, ਜੇ ਇਸ ਨੂੰ ਕਿਹਾ ਜਾਵੇ ਫਾਈਂਡ ਦੋ ਨੰਬਰਸ ਦਾ ਡਿਵੀਜ਼ਨ ਕਿਵੇਂ ਕਰਨਾ, ਤਾਂ ਤੁਹਾਨੂੰ 3-4 ਚੀਜ਼ਾਂ ਦੱਸਤੀਆਂ। ਇੱਕ ਤਾਂ ਜੋੜ ਕਰਨਾ ਦੱਸਤਾ, ਪਹਿਲਾਂ ਤਾਂ ਇਹ ਦੱਸਤਾ ਤੁਹਾਨੂੰ ਵੀ
ਸਾਡਾ ਕੰਪਲੈਕਸ ਨੰਬਰ ਕਿਸ ਤਰੀਕੇ ਨਾਲ ਲਿਖਿਆ ਜਾਂਦਾ ਹੈ, ਉਹਦੇ 'ਚ ਰੀਅਲ ਤੇ ਇਮੇਜਿਨਰੀ ਪਾਰਟ ਕਿਹੜੇ-ਕਿਹੜੇ ਹੁੰਦੇ ਆ। ਰਿਵਾਈਜ਼ ਮਾੜਾ ਜਿਹਾ ਧਿਆਨ ਨਾਲ ਸੁਣ ਲਓ ਗੱਲ ਨੂੰ। ਇਹਦੇ 'ਚ ਜਿਹੜਾ ਬਿਨਾਂ ਆਇਟਾ ਵਾਲਾ ਪਾਰਟ ਉਹ ਰੀਅਲ ਪਾਰਟ ਹੁੰਦਾ ਹੈ, ਜਿਹੜਾ ਆਇਟਾ ਵਾਲਾ ਪਾਰਟ ਹੁੰਦਾ ਉਹ ਇਮੇਜਿਨਰੀ ਪਾਰਟ ਹੁੰਦਾ, ਪਹਿਲੀ ਗੱਲ। ਦੂਸਰੀ ਗੱਲ, ਦੋ ਜਿਹੜੇ ਕੰਪਲੈਕਸ ਨੰਬਰ ਬਰਾਬਰ ਕਦੋਂ ਹੁੰਦੇ ਆ, ਜਦੋਂ ਦੋਹਾਂ ਦੇ ਰੀਅਲ ਪਾਰਟ ਆਪਸ 'ਚ ਬਰਾਬਰ ਹੋਣ, ਦੋਹਾਂ ਦੇ ਇਮੇਜਿਨਰੀ ਪਾਰਟ ਆਪਸ 'ਚ ਬਰਾਬਰ ਹੋਣ। ਉਹਦੇ ਨਾਲ ਰਿਲੇਟਡ ਇੱਕ ਕੁਐਸਚਨ ਅਸੀਂ ਕੀਤਾ। ਉਹ ਤੋਂ ਬਾਅਦ ਆ ਗਏ ਆਇਡੈਂਟੀਟੀਜ਼ ਵਗੈਰਾ, ਇਹ ਚਲੋ ਸਿੰਪਲ ਗੱਲ। ਇਹ ਤੋਂ ਬਾਅਦ ਆ ਗਿਆ ਸੀ ਸਾਨੂੰ ਜੋੜ ਕਰਨਾ, ਦੋ ਕੰਪਲੈਕਸ ਨੰਬਰਸ ਦਾ ਐਡੀਸ਼ਨ ਤੇ ਮਾਈਨਸ ਕਰਨਾ। ਤੀਸਰੀ ਗੱਲ ਅਸੀਂ ਕਰੀ ਸੀ ਮਲਟੀਪਲਾਈ ਕਰਨਾ, ਕਿਵੇਂ ਮਲਟੀਪਲਾਈ ਕਿਵੇਂ ਕਰੀਦਾ ਦੋ ਨੰਬਰ ਨੂੰ, ਉਹ ਵੀ ਅਸੀਂ ਚੰਗੀ ਤਰ੍ਹਾਂ ਸਿੱਖ ਲਿਆ ਹੈਗਾ। ਉਹ ਤੋਂ ਬਾਅਦ ਮਲਟੀਪਲਾਈ ਕਰਨ ਵੇਲੇ ਇੱਕ ਚੀਜ਼ ਅਸੀਂ ਯੂਜ਼ ਕੀਤੀ ਸੀ, ਉਹ ਸੀਗੀ ਵੀ ਆਇਟਾ ਸਕੁਆਇਰ ਦੀ ਥਾਂ ਤੇ ਅਸੀਂ -1 ਲਿਖਿਆ ਸੀ। ਚੌਥੀ ਗੱਲ ਅਸੀਂ ਸਿੱਖ ਲਈ ਇਹਨਾਂ ਦਾ ਭਾਗ ਕਿਵੇਂ ਕਰਨਾ ਹੈਗਾ, ਠੀਕ ਹੈ ਨਾ। ਇੰਨੀ ਕੁ ਗੱਲ ਅਸੀਂ ਅੱਜ ਸਿੱਖ ਲਈ ਹੈਗੀ ਹਜੇ, ਤੇ ਹੈਗਾ ਆਪਣੇ ਕੋਲ ਥੋੜ੍ਹਾ ਜਿਹਾ ਟਾਈਮ। ਇੱਕ ਆਹ ਚੀਜ਼ ਹੋਰ ਸਿੱਖ ਲਈ ਹੈ, ਪਾਵਰ ਆਫ ਆਇਟਾ। ਆਇਟਾ ਦੀਆਂ ਪਾਵਰਸ ਕਿਵੇਂ ਹੁੰਦੀਆਂ। ਆਇਟਾ ਦੀ ਪਾਵਰ 1 ਤਾਂ ਆਇਟਾ ਹੀ ਹੁੰਦੀ ਹੈ। ਆਇਟਾ ਦੀ ਪਾਵਰ 2 ਬਾਰੇ ਵੀ ਅਸੀਂ ਜਾਣ ਲਿਆ, -1 ਮੈਂ ਕਰਿਆ ਸੀ ਨਾ ਡਿਸਕਸ। ਆਇਟਾ ਸਕੁਆਇਰ ਨੂੰ ਅਸੀਂ ਲਿਖਿਆ ਸੀ। ਇਸੇ ਤਰ੍ਹਾਂ ਜੇ ਆਇਟਾ ਕਿਊਬ ਹੋਵੇ, ਫਿਰ ਆਇਟਾ ਕਿਊਬ ਨੂੰ ਅਸੀਂ ਲਿਖ ਸਕਦੇ ਹਾਂ ਆਇਟਾ ਦੀ ਪਾਵਰ 1 ਇੰਟੂ ਆਇਟਾ ਦੀ ਪਾਵਰ 2, ਪਾਵਰ ਜੁੜ ਜਾਂਦੀ ਹੁੰਦੀ ਹੈ ਮਲਟੀਪਲਾਈ ਹੋ ਕੇ। ਤੇ ਆਇਟਾ ਦੀ ਪਾਵਰ 2 ਦੀ ਵੈਲਿਊ ਕੀ ਸੀ, -1, ਠੀਕ ਹੈ ਨਾ, ਇੰਟੂ ਆਇਟਾ ਤਾਂ ਕੀ ਆ ਗਿਆ, -ਆਇਟਾ। ਯਾਨੀ ਆਇਟਾ ਦੀ ਵੈਲਿਊ ਆਇਟਾ ਹੁੰਦੀ ਹੈ, ਆਇਟਾ ਸਕੁਆਇਰ ਦੀ ਵੈਲਿਊ -1 ਹੁੰਦੀ ਹੈ, ਆਇਟਾ ਕਿਊਬ ਦੀ ਵੈਲਿਊ -ਆਇਟਾ ਹੁੰਦੀ ਹੈ। ਤੇ ਜੇ ਆਇਟਾ ਦੀ ਪਾਵਰ 4 ਕਿਹਾ ਹੋਵੇ ਤੁਹਾਨੂੰ ਕੋਈ ਵੈਲਿਊ ਫਾਈਂਡ ਕਰੋ ਉਹਦੀ, ਤਾਂ ਇਹ ਕੀ ਹੈ, ਆਇਟਾ ਦੇ ਸਕੁਆਇਰ, ਸੌਰੀ ਮਾਈਨਸ ਨਹੀਂ ਲਿਖਣਾ, ਆਇਟਾ ਦੇ ਸਕੁਆਇਰ ਦਾ ਸਕੁਆਇਰ। ਆਇਟਾ ਦਾ ਸਕੁਆਇਰ ਕਿੰਨਾ ਹੁੰਦਾ ਹੈ, -1, ਤੇ ਉਹਦਾ ਜੇ ਅਸੀਂ ਸਕੁਆਇਰ ਕਰੀਏ ਤਾਂ -1 ਇੰਟੂ -1 ਹੋ ਜਾਊਗਾ, ਤੇ ਉਹਦੀ ਵੈਲਿਊ ਹੋ ਜਾਏਗੀ +1। ਯਾਨੀ ਆਇਟਾ ਦੀ ਪਾਵਰ 4 ਦੀ ਵੈਲਿਊ +1 ਹੁੰਦੀ ਹੈ। ਤਾਂ ਚਾਰ ਵੈਲਿਊਜ਼ ਆਇਟਾ ਦੀਆਂ ਪਾਵਰ ਨਾਲ ਸੰਬੰਧਿਤ ਅਸੀਂ ਸਿੱਖ ਲਈਆਂ, ਉਹ ਸਿੱਖ ਲਓ ਕਿਹੜੀਆਂ ਕਿਹੜੀਆਂ ਸੀਗੀਆਂ। ਇੱਕ ਤਾਂ ਆਇਟਾ ਦੀ ਪਾਵਰ 1 ਉਹਦੀ ਵੈਲਿਊ ਆਇਟਾ ਹੁੰਦੀ ਹੈ, ਆਇਟਾ ਦੀ ਪਾਵਰ 2 ਉਹਦੀ ਵੈਲਿਊ -1 ਹੁੰਦੀ ਹੈ, ਆਇਟਾ ਦੀ ਪਾਵਰ 3 ਉਹਦੀ ਵੈਲਿਊ -ਆਇਟਾ ਹੁੰਦੀ ਹੈ, ਆਇਟਾ ਦੀ ਪਾਵਰ 4 ਉਹਦੀ ਵੈਲਿਊ 1 ਹੁੰਦੀ ਹੈ +3। ਆ ਚਾਰ ਵੈਲਿਊ ਸਾਨੂੰ ਯਾਦ ਹੋਣੀਆਂ ਚਾਹੀਦੀਆਂ, ਇਹ ਨਹੀਂ ਭੁੱਲਣੀਆਂ ਚਾਹੀਦੀਆਂ। ਹੁਣ ਚਾਹੇ ਜਿੰਨੀ ਮਰਜ਼ੀ ਪਾਵਰ ਦੀ ਵੈਲਿਊ ਸਾਨੂੰ ਪੁੱਛ ਲੇ, ਤੁਹਾਨੂੰ ਕੋਈ ਪੁੱਛ ਲੇ ਵੀ ਫਾਈਂਡ ਦਾ ਆਇਟਾ ਦੀ ਪਾਵਰ 25 ਦੀ ਵੈਲਿਊ ਫਾਈਂਡ ਕਰੋ, ਜਿੰਨੇ ਮਰਜ਼ੀ ਦੀ ਵੈਲਿਊ ਪੁੱਛ ਲੇ, ਅਸੀਂ ਇਹਨੂੰ ਹੁਣ ਕੱਢ ਸਕਦੇ ਹਾਂ। ਕਿਵੇਂ ਕੱਢ ਸਕਦੇ ਹਾਂ, ਇਹ ਦੇਖ ਲਓ ਵੀ ਇਹ ਆਇਟਾ ਦੀ ਪਾਵਰ 4 ਜਿਹੜੀ ਹੈਗੀ ਉਹ ਇਹਦੇ ਚੋਂ ਮਾਈਨਸ ਕਰ ਦੇਂਗੇ। ਦੇਖੋ ਆਇਟਾ 4, ਇਹਨੂੰ ਅਸੀਂ ਲਿਖ ਸਕਦੇ ਹਾਂ ਆਇਟਾ ਦੀ ਪਾਵਰ 6 ਚੌਕੇ 24 ਲਿਖ ਸਕਦੇ ਹਾਂ +1। ਆਹ ਜਿਹੜੀ ਚੀਜ਼ ਹੈ ਇਹ ਤਾਂ ਸੌਖਾ ਹੀ ਹੈ ਕੰਮ, ਇਹਨੂੰ ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ। ਹੁਣ ਦੇਖੋ ਆਇਟਾ ਦੀ ਪਾਵਰ 4 ਦੀ ਪਾਵਰ 6 ਤੇ ਨਾਲ ਅਸੀਂ ਮਲਟੀਪਲਾਈ 'ਚ ਲਿਖ ਸਕਦੇ ਹਾਂ ਆਇਟਾ ਦੀ ਪਾਵਰ 1। ਦੇਖੋ ਇਸ ਤਰੀਕੇ ਨਾਲ ਹੁੰਦਾ ਹੈ, ਤੁਹਾਨੂੰ ਯਾਦ ਹੋਣਾ ਇਹ ਪਹਿਲਾਂ ਅਸੀਂ ਕਰਿਆ ਹੋਇਆ। a ਦੀ ਪਾਵਰ ਸੇ c + d ਹੋਵੇ ਤਾਂ ਅਸੀਂ ਇਹਨੂੰ ਲਿਖ ਸਕਦੇ ਹਾਂ a ਦੀ ਪਾਵਰ c ਇੰਟੂ a ਦੀ ਪਾਵਰ d, ਕਿਉਂਕਿ ਮਲਟੀਪਲਾਈ ਹੋ ਕੇ ਪਾਵਰਾਂ ਜੁੜ ਜਾਂਦੀਆਂ ਨੇ। ਇਸੇ ਤਰੀਕੇ ਨਾਲ ਜੇ ਪਾਵਰ ਦੇ ਉੱਤੇ ਪਾਵਰ ਹੋਵੇ a ਦੀ ਪਾਵਰ c ਦੀ ਪਾਵਰ d ਤਾਂ ਉਹ ਮਲਟੀਪਲਾਈ ਹੋ ਗਈ a ਦੀ ਪਾਵਰ c d ਹੋ ਜਾਂਦੀ ਹੈ। ਇਸੇ ਤਰੀਕੇ ਨਾਲ ਇੱਥੇ ਆ ਪਾਵਰਸ ਹੁੰਦੀ ਹੈ ਮਲਟੀਪਲਾਈ, ਇੱਥੇ ਕੀ ਹੋਏਗਾ ਆਇਟਾ ਦੀ ਪਾਵਰ 4 ਦੀ ਪਾਵਰ 6 ਹੋ ਜਾਏਗੀ, ਤੇ ਆ ਜਿਹੜੀ ਪਾਵਰ ਪਲੱਸ ਹੋ ਰਹੀ ਸੀ ਇਹ ਇਹਦੇ ਨਾਲ ਮਲਟੀਪਲਾਈ ਹੋ ਜਾਵੇ। ਆ ਦੇਖੋ ਮਲਟੀਪਲਾਈ ਹੁੰਦੀ ਹੈ a ਦੀ ਪਾਵਰ c ਇੰਟੂ a ਦੀ ਪਾਵਰ d, ਜਿਹੜੀਆਂ ਦੋ ਪਾਵਰਾਂ ਆਪਸ 'ਚ ਜੁੜਦੀਆਂ ਨੇ ਉਹ ਹੇਠਾਂ ਇਸ ਤਰ੍ਹਾਂ ਮਲਟੀਪਲਾਈ। ਤਾਂ ਆਹ ਤਾਂ ਦੇਖੋ ਇਹਦੀ ਵੈਲਿਊ ਹੁੰਦੀ ਹੈ 1 a ਪਾਵਰ 4 ਦੀ, ਤਾਂ 1 ਦੀ ਤਾਂ ਜਿੰਨੀ ਮਰਜ਼ੀ ਪਾਵਰ ਕਰੀ ਚੱਲੋ ਕੋਈ ਫਰਕ ਨਹੀਂ ਪੈਂਦਾ, 1 ਹੀ ਹੋ ਜਾਣਾ ਇਹਨੇ। ਤਾਂ ਆਹ ਰਹਿ ਗਿਆ ਇਕੱਲਾ, ਤਾਂ 1 ਇੰਟੂ ਆਇਟਾ ਕੀ ਹੋ ਜਾਊਗਾ, ਆਇਟਾ ਹੀ ਹੋ ਜਾਊਗਾ। ਯਾਨੀ ਅਸੀਂ ਜੋ ਵੀ ਸਾਨੂੰ ਪਾਵਰ ਦਿੱਤੀ ਜਾਵੇ ਉਹ ਦੇਖ ਲੈਣਾ ਵੀ 4 ਦਾ ਕਿੰਨਾ ਮਲਟੀਪਲ ਹੈ। ਜਿਵੇਂ 25 ਹੈ ਤਾਂ 25 ਤੋਂ ਹੇਠਾਂ 4 ਦਾ ਮਲਟੀਪਲ ਕਿੰਨਾ ਹੁੰਦਾ 24, 6 ਚੌਕ 24, ਉਹ ਖਤਮ ਹੀ ਹੋ ਜਾਣਾ। ਆਹ ਚੀਜ਼ ਦੀ ਤਾਂ ਲੋੜ ਹੀ ਨਹੀਂ ਪੈਣੀ ਸਾਨੂੰ, ਕਿਉਂਕਿ ਇਹਨੇ ਤਾਂ 1 ਹੋ ਜਾਣਾ ਸਾਰੇ, ਫਿਰ ਸਿਰਫ ਆ ਰਹਿ ਜਾਊਗਾ। ਯਾਨੀ ਅਸੀਂ ਦੁਬਾਰਾ ਤੋਂ ਮੈਂ ਤੁਹਾਨੂੰ ਦੱਸਦੇ ਹਾਂ ਵੀ ਆਇਟਾ ਦੀ ਪਾਵਰ 25 ਨੂੰ ਅਸਲ 'ਚ ਕੀਤਾ ਕਿ ਆਇਟਾ ਦੇ ਜਿਹੜੇ 4 ਦੇ ਇਹਦੇ ਮਲਟੀਪਲ ਉਹ ਤਾਂ ਛੱਡ ਹੀ ਦੇਣੇ ਆ, ਯਾਨੀ
24 ਤਾਂ ਛੱਡ ਹੀ ਦੇਣਾ, ਸਿਰਫ 1 ਹੀ ਰੱਖ ਲੈਣਾ ਸੀ। ਇਹਦੀ ਵੈਲਿਊ ਇੰਨੀ ਹੈ ਆਇਟਾ। ਇਸੇ ਤਰ੍ਹਾਂ ਤੁਹਾਨੂੰ ਦੇਤਾ ਆਇਟਾ ਦੀ ਪਾਵਰ 37। 37 ਤਾਂ ਹੁਣ ਤੁਸੀਂ ਦੇਖੋ 4 ਦੇ ਮਲਟੀਪਲ ਕਿੱਥੋਂ ਕੁ ਤੱਕ ਜਾਂਦੇ ਆ, 9 ਚੌਕੇ 36, 36 ਪਲੱਸ 1 ਲਿਖ ਸਕਦੇ ਹੋ ਤੁਸੀਂ। 36 ਪਲੱਸ 1 ਮਤਲਬ ਇਹ ਆਇਟਾ ਦੀ ਪਾਵਰ 1 ਹੀ ਰਹਿ ਗਈ, ਯਾਨੀ ਆਇਟਾ ਆਂਸਰ। ਤੁਸੀਂ ਇੱਕ ਵਾਰੀ ਆ ਲਿਖ ਸਕਦੇ ਹੋ ਜੀ, ਇੱਥੇ ਜਿਵੇਂ ਮੈਂ ਲਿਖਿਆ 9 into 4 ਲਿਖ ਕੇ ਪਲੱਸ 1 ਲਿਖ ਦਿਓ। ਨੈਕਸਟ ਟਾਈਮ ਤੁਸੀਂ ਆਹ ਚੀਜ਼ ਤਾਂ ਛੱਡ ਹੀ ਦੇਣੀ ਹੈ, ਇਹਦੀ ਤਾਂ ਜ਼ਰੂਰਤ ਹੀ ਨਹੀਂ, ਕਿਉਂਕਿ ਪਾਵਰ 4 ਦੀ ਕੋਈ ਗਾਂ ਪਾਵਰ ਹੈ, 4 ਪਾਵਰ ਦੀ ਕੋਈ ਗਾਂ ਪਾਵਰ ਬਣਦੀ ਹੈ, ਤਾਂ ਉਹਦੀ ਤਾਂ ਵੈਲਿਊ 1 ਨਹੀਂ ਹੋ ਜਾਣੀ, ਇਹਨੂੰ ਛੱਡ ਦੇਣਾ, ਸਿਰਫ ਆਹ ਰੱਖ ਲੈਣੀ ਇਹਦੀ ਪਾਵਰ, ਤਾਂ ਆਇਟਾ ਦਾ ਆਂਸਰ ਆ ਗਿਆ। ਇਸੇ ਤਰੀਕੇ ਨਾਲ ਕੋਈ ਤੁਹਾਨੂੰ ਪੁੱਛੇ ਆਇਟਾ ਦੀ ਪਾਵਰ 42 ਨੂੰ ਆਪਾਂ 45 ਲੈ ਲਈ, 45 ਨਾਲ ਵੀ ਉਹੀ ਗੱਲ ਬਣੀ, 46 ਲੈ, 46 ਕੀ ਹੈ, ਆਇਟਾ ਦੀ ਪਾਵਰ 4 ਦੇ ਮਲਟੀਪਲ ਕੀ ਹੈ, 11 ਚੌਕ 44, ਆ ਤਾਂ ਹੁੰਦੀ ਹੈ ਨਾ, ਪਲੱਸ 2 ਲਿਖ ਸਕਦੇ ਸੀ। ਤਾਂ ਆਹ ਚੀਜ਼ ਤਾਂ ਛੱਡ ਦਿਓ, ਤਾਂ ਲੋੜ ਹੀ ਨਹੀਂ। ਕੀ ਰਹਿ ਗਈ, ਆਇਟਾ ਦੀ ਪਾਵਰ 2 ਰਹਿ ਗਈ, ਆਇਟਾ ਦੀ ਪਾਵਰ 2 ਦੀ ਤੁਹਾਨੂੰ ਵੈਲਿਊ ਪਤਾ -1 ਹੁੰਦੀ। ਇਸੇ ਤਰ੍ਹਾਂ ਆਇਟਾ ਦੀ ਪਾਵਰ 47 ਲੈ ਲਈਏ ਜੀ, ਉਹ ਕੀ ਹੋ ਜਾਏਗਾ, ਆਇਟਾ 4 into 11 ਪਲੱਸ 3, ਆ 4 into 11 ਤਾਂ 1 ਵਜੇ ਨੂੰ ਛੱਡ ਦੇਣਾ, ਸਿਰਫ ਆਇਟਾ ਦੀ ਪਾਵਰ 3 ਰਹਿ ਜਾਏਗੀ। ਆਇਟਾ ਦੀ ਪਾਵਰ 3 ਦੀ ਵੈਲਿਊ ਹੁੰਦੀ ਹੈ ਮਾਈਨਸ ਆਇਟਾ, ਠੀਕ ਹੈ। ਇਸੇ ਤਰ੍ਹਾਂ ਤੁਹਾਨੂੰ ਕੋਈ ਪੁੱਛੇ ਆਇਟਾ ਦੀ ਪਾਵਰ 52 ਦੀ ਵੈਲਿਊ, ਤਾਂ 52 ਦਾ ਤੁਹਾਨੂੰ ਪਤਾ ਹੀ ਹੈ 14 into 4 ਹੁੰਦਾ, ਠੀਕ ਹੈ ਨਾ, 14 into 4 ਇਹਦੀ ਵੈਲਿਊ ਤਾਂ 4 ਦੇ ਮਲਟੀਪਲ ਹੀ ਇਹਦੀ ਵੈਲਿਊ 1, ਠੀਕ ਹੈ। ਸੋ ਇਸ ਤਰੀਕੇ ਨਾਲ ਆਓ, ਇੱਦਾਂ ਦਾ ਵੀ ਕੁਐਸਚਨ ਸਾਡੇ ਕੋਲ ਆਏਗਾ ਆਇਟਾ ਦੀਆਂ ਪਾਵਰਸ ਨਾਲ ਰਿਲੇਟਡ। ਤੁਹਾਨੂੰ ਆਇਟਾ ਦੀਆਂ 4 ਤੋਂ ਵੱਡੀਆਂ ਪਾਵਰਸ ਦਿੱਤੀਆਂ ਹੋਣਗੀਆਂ, ਤਾਂ ਉਹਨਾਂ ਨੂੰ ਤੁਸੀਂ ਕੀ ਕਰਨਾ, 4 ਦੇ ਮਲਟੀਪਲ ਉਸ ਪਾਵਰ 'ਚੋਂ ਛੱਡ ਦੇਣੇ, ਸਿਰਫ ਦੂਜੇ ਲਿਖਣੇ ਜਿਹੜੇ ਰਹਿ ਗਏ। ਹੁਣ 25 ਚੋਂ ਅਸੀਂ 4 ਦੇ ਮਲਟੀਪਲ ਛੱਡਤੇ, 1 ਰਹਿ ਗਿਆ। 37 ਚੋਂ 4 ਦੇ ਮਲਟੀਪਲ ਛੱਡਤੇ, ਇਹਦੀ ਪਾਵਰ 1 ਰਹਿ ਗਈ। 46 ਚੋਂ 4 ਦੇ ਮਲਟੀਪਲ ਛੱਡਤੇ, ਸਿਰਫ ਪਾਵਰ 2 ਰਹਿ ਗਈ। 47 ਚੋਂ 4 ਦੇ ਮਲਟੀਪਲ ਛੱਡਤੇ, ਪਾਵਰ ਸਿਰਫ 3 ਰਹਿ ਗਈ। ਉਹਨੂੰ ਸਾਨੂੰ ਲਿਖਣਾ ਹੁੰਦਾ 1 2 3 4 ਤੱਕ, ਸਾਨੂੰ ਪਾਵਰ ਦਾ ਵੈਲਿਊ ਪਤਾ ਹੈਗੀ ਹੈ। ਆ ਜਿਹੜਾ 4 ਦਾ ਹੀ ਮਲਟੀਪਲ ਆ ਜਾਓ, ਉਹਦੀ ਵੈਲਿਊ 1, ਉਹ ਕਰਨ ਦੀ ਜ਼ਰੂਰਤ ਨਹੀਂ, ਠੀਕ ਹੈ। ਸੋ ਇਸ ਤਰੀਕੇ ਨਾਲ ਇਹਦੀਆਂ ਪਾਵਰਸ ਨਾਲ ਰਿਲੇਟਡ ਕੁਐਸਚਨ ਹੈਗਾ, ਉਹ ਮੈਂ ਤੁਹਾਨੂੰ ਹੁਣ ਕੁਐਸਚਨ ਡਿਸਕਸ ਕਰ ਲਈਏ ਅਤੇ ਫਿਰ ਆਪਾਂ ਸਮਾਪਤ ਕਰਦੇ ਹਾਂ। ਬਸ ਪ੍ਰੋਪਰਟੀਜ਼ ਆਪਾਂ ਕੱਲ੍ਹ ਨੂੰ ਡਿਸਕਸ ਕਰ ਲਾਂਗੇ। ਐਕਸਰਸਾਈਜ਼ 'ਚ ਚੱਲਦੇ ਆ, ਦੇਖੋ, express each of the complex number given in exercise 1 to 10 in form of a plus iota b, यानी जिथे मल्टीप्लाई होना, इतने दोहां चीज़ों का मल्टीप्लीकेशन है, मल्टीप्लाई करना। इतने आ पावर आई है सिर्फ आयटा की पावर 9, ये की बन जूगी 4 के मल्टीपल 8 छड्डे जाएंगे, आयटा की पावर 1 रह जूगी। इतने 4 के मल्टीपल 16 तक छड्डे जाएंगे, आयटा की पावर 3 रह जूगी। दोहां दी वैल्यू मैं तुम्हें करके दिखा दूँगा। आयटा की पावर 9 प्लस आयटा की पावर 19, आयटा की पावर 9 ਨੂੰ ਅਸੀਂ ਕੀ ਲਿਖ ਸਕਦੇ ਹਾਂ 4 into 2 plus 1, ਤੇ ਇਹਨੂੰ ਲਿਖ ਸਕਦੇ ਹਾਂ ਆਇਟਾ ਦੀ ਪਾਵਰ 19 ਨੂੰ 4 ਚੌਕੇ 16 plus 3। ਆਹ ਚੀਜ਼ ਤਾਂ ਅਸੀਂ ਬ੍ਰੈਕਟ 'ਚ ਪਾ ਲੈਣੀ ਹੈ, ਠੀਕ ਹੈ ਕਿ ਨਹੀਂ, ਇਹਨੂੰ ਅਸੀਂ ਛੱਡਣਾ ਹੈ। ਤਾਂ ਇੱਥੇ ਕੀ ਰਹਿ ਗਿਆ, ਆਇਟਾ ਦੀ ਪਾਵਰ 1 ਰਹਿ ਗਈ, ਇੱਥੇ ਆਇਟਾ ਦੀ ਪਾਵਰ 3 ਹੈ। ਆਇਟਾ ਦੀ ਪਾਵਰ 1 ਦੀ ਵੈਲਿਊ ਆਇਟਾ ਹੁੰਦੀ ਹੈ, ਆਇਟਾ ਦੀ ਪਾਵਰ 3 ਦੀ ਵੈਲਿਊ -1 ਹੁੰਦੀ ਹੈ। ਇਹ ਆ ਗਿਆ -1 प्लस आयटा। रीयल पार्ट मूहरे लिख लेने, इमेजिनरी पार्ट पिछे लिख लेना, आयटा वाले पिछे बन गया ए प्लस आयटा भी, आही बनाना सी। इस तरह इन्हों का मल्टी जिथे तुहानूं लगे भी ये हुण आयटा वाला पार्ट आ ही नहीं रहा, जां आयटा वाला तो आ रहा, दूजा पार्ट आ ही नहीं रहा, उन्होंने असीं 0 लिख लांगे। जिवें हुण फस्ट क्वेश्चन दे विच आ देखो, इहदे विच इन्हां नूं असीं जदों मल्टीप्लाई करांगे, मल्टीप्लाई करने वाले की हो जाएगा 5 5 तो कट्टे ही जाऊगा, ठीक है ना। आयोटा तो आयोटा का मल्टीप्लीकेशन हो जाएगा -3 आयोटा स्क्वायर, -3 आ वाला आयटा तो आयटा का गुणा आयटा स्क्वायर, तो -3 आयटा स्क्वायर की थोड़ा वैल्यू पता है -1 होगी, तो ये आ गया प्लस का 3 माइनस प्लस 3। हुण तुसीं कहोगे भी तो आयटा तो आया ही नहीं गा, तो जे आयटा है नहीं गा तो इन्हूं असीं 0 आयटा लिख लेना।
ਫਾਰਮ ਆਨਸਰ ਸਾਡਾ ਕੰਪਲੈਕਸ ਨੰਬਰ ਦੀ ਫਾਰਮ 'ਚ ਹੀ ਆਉਣਾ ਚਾਹੀਦਾ, a + ਆਈਟਾ b ਦੀ ਫਾਰਮ 'ਚ ਹੀ ਆਉਣਾ ਚਾਹੀਦਾ। ਸੋ ਜਿਹਦੇ 'ਚ ਕੋਈ ਪਾਰਟ ਨਹੀਂ ਆਉਂਦਾ, ਮੰਨ ਲਓ ਰੀਅਲ ਪਾਰਟ ਨਹੀਂ ਆਉਂਦਾ ਤਾਂ ਰੀਅਲ ਪਾਰਟ ਦੀ ਥਾਂ ਤੇ 0 ਲਿਖ ਲਾਂਗੇ, ਜੇ ਇਮੈਜਨਰੀ ਪਾਰਟ ਨਹੀਂ ਆਉਂਦਾ ਤਾਂ ਇਮੈਜਨਰੀ ਪਾਰਟ ਦੀ ਥਾਂ ਤੇ 0 ਲਿਖ ਲਾਂਗੇ। ਆ ਮਲਟੀਪਲਾਈ ਕਰਨਾ, ਦੇਖੋ 3 ਨੂੰ 7 ਨਾਲ ਤੇ ਇਹਨੂੰ ਮਲਟੀਪਲਾਈ, ਇਹਨੂੰ ਇਹਦੇ ਨਾਲ ਤੇ ਇਹਨੂੰ ਇਹਦੇ ਨਾਲ ਮਲਟੀਪਲਾਈ ਕਰ ਦੇਣਾ, ਜਿੱਥੇ ਆਈਟਾ ਸਕੁਅਰ ਆਏਗਾ ਉੱਥੇ ਉਹਦੀ ਵੈਲਿਊ ਪੁੱਟ ਕਰ ਦੇਣੀ ਹੈ, ਬਾਕੀ ਦੇ ਜੋੜ ਦੇਣੀ। ਇਸੇ ਤਰ੍ਹਾਂ ਆ ਹੈ। ਤਾਂ ਤੁਸੀਂ 10 ਕੁਐਸਚਨ ਟਰਾਈ ਕਰਕੇ ਦੇਖਿਓ। ਇਹਦੇ ਚੋਂ ਮੈਂ ਤੁਹਾਨੂੰ ਇੱਕ ਕੁਐਸਚਨ ਆ ਹੋਰ ਥੋੜਾ ਜਿਹਾ ਡਿਸਕਸ ਕਰ ਦਿੰਦਾ, 8th, ਬਾਕੀ ਤੁਹਾਨੂੰ ਕੱਲ ਨੂੰ ਕਰਾਂਗਾ। 1 - ਆਇਓਟਾ ਦੀ ਪਾਵਰ 4, ਤਾਂ ਇਹਨੂੰ ਅਸੀਂ ਕੀ ਕਰੀਏ, 1 - ਆਇਓਟਾ ਦਾ ਸਕੁਆਇਰ ਅੰਦਰ ਲਿਖ ਲਈਏ, ਕਿਉਂਕਿ ਪਾਵਰ 4 ਦੀ ਸਾਨੂੰ ਵੈਲਿਊ ਨਹੀਂ, a - b ਦੀ ਪਾਵਰ 4 ਦਾ ਸਾਨੂੰ ਫਾਰਮੂਲਾ ਨਹੀਂ ਆਉਂਦਾ, ਨਹੀਂ ਆਉਂਦਾ, ਸਕੁਆਇਰ ਦਾ ਆਉਂਦਾ, ਉਸ ਕਾਲਾ ਜਿਹਾ ਉਹ ਕਰ ਲੈਂਦੇ ਹਾਂ, ਸਕੁਆਇਰ ਦੇ ਉੱਤੇ ਸਕੁਆਇਰ ਪਾ ਲੈਂਦੇ, 4 ਨੂੰ ਅਸੀਂ 2 ਦੀ ਪਾਵਰ 2 ਪਾ ਲੈਂਦੇ ਉੱਪਰ, ਤਾਂ ਇਕੁਅਲਸ ਟੂ ਅੰਦਰ a - b ਹੋਲ ਸਕੁਆਇਰ ਵਾਲਾ ਫਾਰਮੂਲਾ, a ਸਕੁਆਇਰ ਯਾਨੀ 1 ਦਾ ਸਕੁਆਇਰ, ਫਿਰ ਕਈ ਤਾਂ b ਸਕੁਆਇਰ ਲਿਖਦੇ, ਕਈ 2a ਵੀ ਲਿਖਦੇ, ਉਹ ਤੁਹਾਡੀ ਮਰਜ਼ੀ ਹੈ, -2ab ਹੁੰਦਾ, 2 × 1 × ਆਇਟਾ ਹੋ ਜਾਊਗਾ, ਫਿਰ +b ਦਾ ਸਕੁਆਇਰ ਹੁੰਦਾ, ਯਾਨੀ ਆਇਟਾ ਦਾ ਸਕੁਆਇਰ ਹੁੰਦਾ, ਬਾਹਰ ਜਿਹੜੀ ਪਾਵਰ 2 ਆ ਉਵੇਂ ਜਿਵੇਂ ਰੱਖਣੀ, ਉਹਨੂੰ ਨਹੀਂ ਹਟਾਉਣਾ, ਤਾਂ 1 ਦਾ ਤਾਂ 1 ਹੀ ਆ ਗਿਆ -2 × 1 2 ਹੋ ਗਿਆ, ਆਇਟਾ ਹੋ ਗਿਆ, ਤੇ ਆਇਟਾ ਸਕੁਆਇਰ ਦੀ ਵੈਲਿਊ ਕਿੰਨੀ ਹੁੰਦੀ ਹੈ, -1, ਤੇ ਇੱਥੇ -1 ਉੱਤੇ ਪਾਵਰ 2 ਉਹ ਉਵੇਂ ਜਿਵੇਂ ਰੱਖਣੀ ਹੈ। ਆ +1 ਤੇ -1 ਕੈਂਸਲ ਹੋ ਗਏ, ਤਾਂ ਕੀ ਰਹਿ ਗਿਆ, -2 ਆਇਟਾ ਦਾ ਸਕੁਆਇਰ ਹੀ ਰਹਿ ਗਿਆ। ਤਾਂ ਇਹਨੂੰ ਹੋਰ ਖੋਲ ਦਿਓ, -2 ਦਾ ਸਕੁਆਇਰ ਤਾਂ ਹੋ ਜਾਊਗਾ +2, ਤੇ ਆਇਟਾ ਸਕੁਆਇਰ ਹੋ ਜਾਊਗਾ, ਮਾਈਨਸ ਦਾ ਸਕੁਆਇਰ ਪਲੱਸ ਹੋ ਜਾਊਗਾ, ਤੇ 2 ਦਾ ਸਕੁਆਇਰ 4 ਹੋ ਜਾਊਗਾ, ਆਇਟਾ ਦਾ ਸਕੁਆਇਰ ਆਇਟਾ ਸਕੁਆਇਰ ਹੋ ਜਾਊਗਾ, ਤਾਂ ਇਹਦੇ ਸਕੁਆਇਰ ਦੀ ਵੈਲਿਊ ਪੁੱਟ ਕਰ ਦਿਓ, -4 ਤੇ ਆ ਗਿਆ -4। ਹੁਣ ਇਹ 'ਚ ਫਿਰ ਰੀਅਲ ਪਾਰਟ ਆ ਗਿਆ, ਇਕੱਲਾ ਇਮੈਜਨਰੀ ਨਹੀਂ ਆ ਰਿਹਾ, ਨਾਲ ਪਾ ਦੇਂਗੇ +0 ਆਇਟਾ। ਸੋ ਇਸ ਤਰੀਕੇ ਨਾਲ ਇਹ ਕੁਐਸਚਨ ਕਰਨੇ ਨੇ। ਇੱਥੇ ਪਾਵਰ 3 ਹੈ ਤਾਂ 3 ਵਾਲਾ ਫਾਰਮੂਲਾ ਤੁਹਾਨੂੰ ਆਉਣਾ ਚਾਹੀਦਾ, a + b ਦੀ ਪਾਵਰ 3 ਵਾਲਾ ਫਾਰਮੂਲਾ, ਠੀਕ ਹੈ ਨਾ। ਆ ਹੈਗਾ ਮਾਈਨਸ, ਇਹ ਹੁਣ ਤੁਸੀਂ ਕਹੋਗੇ ਵੀ ਦੋਹੇ ਮਾਈਨਸ, ਇਹ ਤਾਂ ਅਸੀਂ ਸਿੱਖਿਆ ਨਹੀਂ ਫਾਰਮੂਲਾ, ਤਾਂ ਇਹ ਤੁਸੀਂ ਕੀ ਕਰ ਸਕਦੇ ਆ, ਆਹ ਵਾਲਾ ਫਾਰਮੂਲਾ ਨਹੀਂ ਸਾਨੂੰ ਪਤਾ, ਅਸੀਂ ਤਾਂ ਆ ਜਾਣਦੇ ਹਾਂ, ਕਿਹੜੇ ਜਾਣਦੇ ਆ ਭਲਾ, ਇੱਕ ਤਾਂ ਸੀਗਾ a + b ਹੋਲ ਕਿਊਬ, ਇੱਕ ਸੀਗਾ a - b ਹੋਲ ਕਿਊਬ, ਦੋਵੇਂ ਸਾਨੂੰ ਆਉਂਦੇ, ਮੈਂ ਲਿਖ ਹੀ ਦਿੰਦਾ ਇਹਨਾਂ ਨੂੰ, a³ + 3a² + 3ab² + b³। ਇਹਦੇ 'ਚ ਵੀ ਚੀਜ਼ਾਂ ਤਾਂ ਆਹੀ ਹੁੰਦੀਆਂ ਨੇ, ਪਰ ਇੱਕ ਛੱਡ ਕੇ ਸਾਈਨ ਜਿਹੜਾ ਨੈਗੇਟਿਵ ਪੈ ਜਾਂਦਾ, +3ab² - b³ ਆ ਸੀ। ਹੁਣ ਜਿਹੜਾ ਦੋਹੇ ਮਾਈਨਸ ਹੈ, ਇਹ 'ਚ ਕੀ ਕਰੀਏ, ਇਹ 'ਚ ਮਾਈਨਸ ਬਾਹਰ ਹੀ ਕੱਢ ਲੈਂਦੇ ਆਪਾਂ, ਮਾਈਨਸ ਦੋਹਾਂ 'ਚ ਹੈਗਾ ਤਾਂ ਮਾਈਨਸ ਬਾਹਰ ਆ ਜਾਏਗਾ, -1 ਦੀ ਪਾਵਰ 3 ਬਾਹਰ ਆ ਜਾਏਗੀ, ਯਾਨੀ ਬਾਹਰ ਮਾਈਨਸ ਹੋ ਜਾਊਗਾ, ਅੰਦਰ ਕੀ ਬਚੂਗਾ, a + b ਦਾ ਸਕੁਆਇਰ ਬਚੂਗਾ, ਯਾਨੀ ਇਹ 'ਚ ਵੀ ਤੁਸੀਂ ਇਹੀ ਕੰਮ ਕਰਨਾ ਹੈ, ਆ ਮਾਈਨਸ ਨੂੰ ਬਾਹਰ ਕੱਢ ਲਿਓ, ਆ ਬਣ ਜੂਗਾ 2 + 1/3 ਆਇਟਾ ਦਾ ਕਿਊਬ, ਉਹਦੇ ਤੇ ਫਿਰ ਆ ਪਲੱਸ ਵਾਲਾ ਫਾਰਮੂਲਾ ਲਾ ਦੇਣਾ, ਬਾਹਰ ਮਾਈਨਸ ਨੂੰ ਉਵੇਂ ਜਿਵੇਂ ਰੱਖਣਾ, ਐਂਡ ਤੇ ਉਹਨੂੰ ਆਪਾਂ ਮਲਟੀਪਲਾਈ ਕਰ ਲਵਾਂਗੇ। ਸੋ ਇਹ 10 ਕੁਐਸਚਨਸ ਤੁਸੀਂ ਟਰਾਈ ਕਰਨੇ ਨੇ, ਜਿਹੜਾ ਕੁਐਸਚਨ ਨਹੀਂ ਆਇਆ ਉਹ ਮੇਰੇ ਨਾਲ ਕੱਲ ਨੂੰ ਡਿਸਕਸ ਕਰ ਲਵਾਂਗੇ।